हेलो गाइस, वेलकम टू करियर एज। ਅੱਜ ਅਸੀਂ ਪ੍ਰੈਕਟਿਸ ਪੇਪਰ 1 ਦੇ ਜਿਹੜੇ ਵੀਡੀਓ ਸੋਲੂਸ਼ਨਸ ਦੇਖਾਂਗੇ। ਠੀਕ ਹੈ, ਚਲੋ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈ ਜੀ, ਮੈਨੀ ਆਫ ਇੰਡੀਆਜ਼ ਮੋਸਟ ਇੰਪੋਰਟੈਂਟ ਮਾਈਨਿੰਗ ਤੇ ਇੰਡਸਟਰੀਅਲ ਸੈਂਟਰ। ਸਾਡੇ ਦੇਸ਼ ਦੇ ਵਿੱਚ ਮਾਈਨਿੰਗ ਤੋਂ ਖਦਾਨਾਂ ਤੁਹਾਨੂੰ ਪਤਾ ਹੈ ਨਾ, ਜਿਵੇਂ ਕੋਇਲੇ ਦੀ ਖਦਾਨ ਹੁੰਦੀ ਹੈ। ਇੰਡਸਟਰੀਅਲ ਸੈਂਟਰ ਮਤਲਬ ਜਿਵੇਂ ਜਿੱਥੇ ਕਿ ਇੰਡਸਟਰੀ ਜ਼ਿਆਦਾ ਹੈਗੀ। ਠੀਕ ਹੈ, ਜਿਵੇਂ ਸਾਡੇ ਲੁਧਿਆਣੇ ਦੇ ਵਿੱਚ ਇੰਡਸਟਰੀ ਜ਼ਿਆਦਾ ਹੈ, ਤਾਂ ਇਸ ਤਰ੍ਹਾਂ ਮਾਈਨਿੰਗ ਤੇ ਇੰਡਸਟਰੀਅਲ ਸੈਂਟਰ ਹੈ ਜਿਹੜਾ ਕਿਹੜੇ ਸ਼ਹਿਰ ਦੇ ਵਿੱਚ ਇਹਨਾਂ ਦੇ ਵਿੱਚੋਂ ਕਿ ਜਮਸ਼ੇਦਪੁਰ ਦੇ ਵਿੱਚ, ਰੌੜਕਿਲਾ, ਬੋਕਾਰੋ ਜਾਂ ਸਾਰਿਆਂ ਦੇ ਵਿੱਚ। ਦੇਖੋ ਸਾਰੇ ਹੀ ਸ਼ਹਿਰ ਬੜੇ ਹੀ ਇੰਡਸਟਰੀਅਲ ਸਿਟੀਜ਼ ਨੇਗੇ ਅਤੇ ਮਾਈਨਿੰਗ ਵੀ ਇੱਥੇ ਹੁੰਦੀ ਹੈ, ਤਾਂ ਇਹਦਾ ਆਨਸਰ ਆਏਗਾ ਜੀ ਆਲ ਆਫ ਦੀਜ਼। ਜਮਸ਼ੇਦਪੁਰ ਤੁਹਾਨੂੰ ਪਤਾ, ਦੇਖੋ ਇੱਥੇ ਜਮਸ਼ੇਦ ਜੀ ਟਾਟਾ ਨੇ ਵਸਾਇਆ ਸੀ, ਇਹ ਟਾਟਾ ਨਗਰ ਕਹਿੰਦੇ ਤਾਂ ਟਾਟਾ ਦਾ ਸਾਰਾ ਇੱਥੇ ਟਾਟਾ ਸਟੀਲ ਹੋਰ ਬੜੇ ਟਾਟਾ ਦੀ ਇੰਡਸਟਰੀ ਹੈ ਇੱਥੇ। ਠੀਕ ਹੈ, ਰੌੜਕਿਲਾ ਵੀ ਦੇਖੋ ਭੁਵਨੇਸ਼ਵਰ 'ਚ ਮਤਲਬ ਬੜਾ ਫੇਮਸ ਹੈਗਾ। ਠੀਕ ਹੈ, ਬੋਕਾਰੋ ਦੀ ਆਪਣੇ ਕੋਲ ਮਾਈਨਸ ਪਤਾ ਆਪਾਂ ਨੂੰ, ਕੋਲ ਮਾਈਨਸ ਨੇ ਬੋਕਾਰੋ ਦੇ ਵਿੱਚ। ਤਾਂ ਇਹ ਤਿੰਨ ਰੀਜਨ ਇੰਪੋਰਟੈਂਟ ਨੇਗੇ ਮਾਈਨਿੰਗ ਅਤੇ ਇੰਡਸਟਰੀਅਲ ਸੈਂਟਰ ਵਾਸਤੇ। ਆਨਸਰ ਆਏਗਾ ਜੀ ਇਹਦਾ ਆਲ ਆਫ ਦੀਸ। ਐਟ ਵਿਲੇਜ ਲੈਵਲ, ਪਿੰਡ ਦੇ ਲੈਵਲ 'ਤੇ ਜੁਡੀਸ਼ੀਅਲ ਫੰਕਸ਼ਨਸ, ਜੁਡੀਸ਼ੀਅਲ ਮਤਲਬ ਜਿਹੜੇ ਸਾਡੇ ਜੁਡੀਸ਼ਰੀ ਹੁੰਦੀ ਹੈ, ਜਿਵੇਂ ਕੋਰਟਸ ਦਾ ਕੰਮ ਹੈ, ਵੀ ਜਿਹੜਾ ਨਿਆਂ ਦਾ ਕੰਮ ਹੈ, ਵੀ ਕਿਸੇ ਦੇ ਡਿਸਪਿਊਟ ਹੋ ਗਿਆ ਤਾਂ ਉਹਨੂੰ ਕਿਵੇਂ ਸੁਲਝਾਉਣਾ ਹੈਗਾ। ਠੀਕ ਹੈ, ਤਾਂ ਉਹ ਫੰਕਸ਼ਨ ਕੌਣ ਕਰਦਾ ਪਿੰਡ ਦੇ ਲੈਵਲ 'ਤੇ, ਵਿਲੇਜ ਲੈਵਲ 'ਤੇ? ਨਿਆਂ ਪੰਚਾਇਤ, ਗ੍ਰਾਮ ਪੰਚਾਇਤ, ਦੇਖੋ ਡਿਸਟ੍ਰਿਕਟ 'ਤੇ ਬਿਲਕੁਲ ਵੀ ਨਹੀਂ ਹੋ ਸਕਦਾ ਕਿਉਂਕਿ ਵਿਲੇਜ ਤੋਂ ਉੱਪਰ ਹੋ ਗਿਆ ਇਹ। ਅਸੀਂ ਗੱਲ ਕਰਨੀ ਹੈ ਵਿਲੇਜ ਲੈਵਲ ਦੀ। ਠੀਕ ਹੈ, ਮੁਨਸਿਫ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਪਹਿਲਾਂ ਹੁੰਦੀ ਸੀ ਚੀਜ਼ਾਂ। ਤਾਂ ਆਪਣਾ ਇਹਨਾਂ ਦੋਨਾਂ ਦੇ ਵਿੱਚ ਕੋਈ ਆਨਸਰ ਆਏਗਾ। ਠੀਕ ਹੈ, ਹੁਣ ਦੇਖੋ ਜੇ ਗ੍ਰਾਮ ਪੰਚਾਇਤ ਦਾ ਤੁਹਾਨੂੰ ਪਤਾ, ਤਾਂ ਗ੍ਰਾਮ ਪੰਚਾਇਤ ਦੇ ਫੰਕਸ਼ਨ ਕੁਛ ਬਰੋਡ ਜਿਹੇ ਹੁੰਦੇ ਨੇ। ਠੀਕ ਹੈ, ਤਾਂ ਜੁਡੀਸ਼ੀਅਲ ਫੰਕਸ਼ਨ ਨਹੀਂ ਹੁੰਦੇ ਉਹ। ਠੀਕ ਹੈ, ਹੋਰ ਸਾਰੇ ਕੰਮ ਹੁੰਦੇ ਨੇ, ਚੀਜ਼ਾਂ ਨੂੰ ਦੇਖਣਾ, ਚੀਜ਼ਾਂ ਸਹੀ ਹੋ ਰਹੀਆਂ ਨੇ, ਗਲਤ ਹੋ ਰਹੀਆਂ ਨੇ, ਕੀ ਹੋ ਰਿਹਾ। ਠੀਕ ਹੈ, ਸਾਰਾ ਕੁਝ ਗ੍ਰਾਮ ਪੰਚਾਇਤ ਦੇਖਦੀ ਹੈਗੀ। ਠੀਕ ਹੈ, ਬਟ ਜਿਹੜਾ ਜੁਡੀਸ਼ੀਅਲ ਫੰਕਸ਼ਨ ਨੇ ਉਹਦੇ ਵਾਸਤੇ ਸਪੈਸੀਫਿਕਲੀ ਇੱਕ ਨਿਆਂ ਪੰਚਾਇਤ ਹੁੰਦੀ ਹੈ ਸਾਡੀ। ਠੀਕ ਹੈ, ਤਾਂ ਇਹਦਾ ਆਨਸਰ ਆਏਗਾ ਜੀ ਇਹ ਨਿਆਂ ਪੰਚਾਇਤ। ਦੇਖੋ ਨਾਮ ਤੋਂ ਵੀ ਕਲੀਅਰ ਹੋ ਰਿਹਾ। ਠੀਕ ਹੈ, ਇਹ ਇੱਦਾਂ ਵੀ ਹੋ ਸਕਦਾ ਕਈ ਪਿੰਡਾਂ ਦੀ ਜਾਂ ਕਈ ਪੰਚਾਇਤਾਂ ਦੀ ਇੱਕ ਨਿਆਂ ਪੰਚਾਇਤ ਹੋਵੇ। ਠੀਕ ਹੈ, ਤਾਂ ਸਾਰੇ ਪੰਚਾਇਤ ਦੇ ਮੈਂਬਰ ਇਕੱਠੇ ਹੋ ਕੇ ਜਿਹੜੇ ਕਿ ਨਿਆਂ ਪੰਚਾਇਤ ਦੇ ਮੈਂਬਰ ਚੁਣਦੇ ਨੇਗੇ। ਠੀਕ ਹੈ, ਚਲੋ। ਰਾਈਟ ਟੂ ਇਨਫੋਰਮੇਸ਼ਨ ਐਕਟ ਗੈਰੰਟੀਜ਼ ਪੀਪਲਸ ਰਾਈਟ ਟੂ, RTI ਐਕਟ ਤੁਹਾਨੂੰ ਪਤਾ ਹੈ। ਠੀਕ ਹੈ, RTI ਐਕਟ ਕੋਈ ਵੀ ਸਾਨੂੰ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਸਰਕਾਰ ਤੋਂ, ਤਾਂ ਅਸੀਂ RTI ਐਕਟ ਦੁਆਰਾ ਇਨਫੋਰਮੇਸ਼ਨ ਲੈ ਸਕਦੇ ਹਾਂ। ਠੀਕ ਹੈ, ਤਾਂ ਆਨਸਰ ਦੇਖਦੇ ਹਾਂ। ਟੂ ਨੋ ਗਵਰਨਮੈਂਟ ਪ੍ਰੋਸੀਡਿੰਗ, ਬਿਲਕੁਲ ਸਹੀ ਹੈ ਜੀ, ਇਹ ਪਹਿਲਾ ਹੀ ਆਨਸਰ ਆ ਜਾਏਗਾ ਆਪਣਾ, ਕਿਉਂਕਿ ਰਾਈਟ ਟੂ ਇਨਫੋਰਮੇਸ਼ਨ ਮਤਲਬ ਮੈਨੂੰ ਇਨਫੋਰਮੇਸ਼ਨ ਦਾ ਅਧਿਕਾਰ ਹੈ, ਮੈਨੂੰ ਜਾਣਕਾਰੀ ਦਾ ਅਧਿਕਾਰ ਹੈ। ਠੀਕ ਹੈ, ਤਾਂ ਗਵਰਨਮੈਂਟ ਪ੍ਰੋਸੀਡਿੰਗ ਉਹੀ ਹੋਊਗਾ, ਮੈਨੂੰ ਅਧਿਕਾਰ ਹੈ ਵੀ ਸਰਕਾਰ ਕਿਵੇਂ ਕਾਰ ਵਿਹਾਰ ਕਰ ਰਹੀ ਹੈ, ਮੈਨੂੰ ਅਧਿਕਾਰ ਹੈ ਇਹ ਚੀਜ਼ ਜਾਣਨ ਦਾ, ਮੈਨੂੰ ਟੂ ਨੋ ਦ ਗਵਰਨਮੈਂਟ ਪ੍ਰੋਸੀਡਿੰਗਸ। ਠੀਕ ਹੈ, ਅਤੇ ਮੈਨੂੰ ਕੋਈ ਵੀ ਚੀਜ਼ ਜਾਣਨੀ ਹੈ ਵੀ ਸਰਕਾਰ ਕਿਵੇਂ ਕਰ ਰਹੀ ਹੈ, ਤਾਂ ਮੈਂ RTI ਐਪਲੀਕੇਸ਼ਨ ਫਾਈਲ ਕਰ ਸਕਦਾ। ਠੀਕ ਹੈ, ਤਾਂ ਇਹਦਾ ਆਨਸਰ ਆਏਗਾ ਜੀ ਇਹ। ਠੀਕ ਹੈ, ਯੂਨੀਵਰਸਲ ਐਜੂਕੇਸ਼ਨ ਡਿਸਕੰਟੈਂਟ। ਠੀਕ ਹੈ, ਤਾਂ ਇਹਦਾ ਆਨਸਰ ਇਹੀ ਬਣਦਾ ਜੀ ਇਹ। ਚਲੋ। ਐਕਟ ਆਫ ਔਨ ਦਾ ਪ੍ਰੋਟੈਕਸ਼ਨ ਆਫ ਵੂਮੈਨ ਫਰੋਮ ਡੋਮੈਸਟਿਕ ਵਾਇਲੈਂਸ ਫਾਈਨਲੀ ਬਿਕੇਮ, ਦੇਖੋ ਡੋਮੈਸਟਿਕ ਵਾਇਲੈਂਸ ਐਕਟ ਹੁੰਦਾ ਆਪਣੇ ਕੋਲ ਇੱਕ। ਠੀਕ ਹੈ, 2005 ਦਾ ਡੋਮੈਸਟਿਕ ਵਾਇਲੈਂਸ ਐਕਟ 2005 ਸਪੈਸੀਫਿਕਲੀ ਅਸੀਂ ਇਸੇ ਨਾਮ ਨਾਲ ਜਾਣਦੇ ਹਾਂ ਇਹਨੂੰ। ਠੀਕ ਹੈ, ਮਤਲਬ ਡੋਮੈਸਟਿਕ ਵਾਇਲੈਂਸ ਮਤਲਬ ਜਿਵੇਂ ਜਿਹੜੀ ਕੋਈ ਮੈਰਿਡ ਵੂਮੈਨ ਹੈ ਜਾਂ ਹੋਰ ਹੈ, ਉਹਨਾਂ 'ਤੇ ਜਿਹੜੀ ਵਾਇਲੈਂਸ ਹੁੰਦੀ ਹੈ, ਘਰੇਲੂ ਹਿੰਸਾ ਆਪਾਂ ਕਹਿ ਸਕਦੇ ਹਾਂ। ਠੀਕ ਹੈ ਨਾ, ਘਰੇਲੂ ਹਿੰਸਾ, ਤਾਂ ਉਹ ਵਾਲੀ ਜਿਹੜੀ ਚੀਜ਼ ਹੈਗੀ ਉਹਦੇ ਵਾਸਤੇ ਐਕਟ ਬਣਿਆ ਹੋਇਆ ਹੈਗਾ। ਦੇਖੋ ਐਕਟ ਤਾਂ ਬਣਿਆ ਇਹ 2005 ਦੇ ਵਿੱਚ। ਠੀਕ ਹੈ, ਬਟ ਫਾਈਨਲੀ ਜਦੋਂ ਇੰਪਲੀਮੈਂਟ ਹੋਇਆ ਸੀ, ਇਹ ਲਾਅ ਬਣਿਆ ਸੀ, ਉਹ 1 ਸਾਲ ਬਾਅਦ ਬਣਿਆ ਸੀਗਾ। ਤਾਂ ਉਹ ਆਪਣਾ ਆਨਸਰ ਆਏਗਾ ਜੀ 2006। ਐਕਟ ਤਾਂ ਦੇਖੋ ਪਾਰਲੀਮੈਂਟ ਨੇ ਪਾਸ ਕਰਕੇ ਪ੍ਰੈਜ਼ੀਡੈਂਟ ਨੇ ਸਾਈਨ ਕਰਤਾ 2005 ਦੇ ਵਿੱਚ, ਬਟ ਫਾਈਨਲੀ ਜਦੋਂ ਇੰਪਲੀਮੈਂਟ ਹੋਇਆ, ਇਨਫੋਰਸਮੈਂਟ ਹੋਈ ਇਹਦੀ। ਠੀਕ ਹੈ, ਤੁਹਾਨੂੰ ਪਤਾ ਹੋਏਗਾ ਸ਼ਾਇਦ ਇੰਪਲੀਮੈਂਟ 'ਤੇ ਐਕਟ ਬਣਨ ਦੇ ਵਿੱਚ ਡਿਫਰੈਂਸ ਹੁੰਦਾ। ਇਹ ਤਾਂ ਜਸਟ ਇੱਕ ਕਾਗਜ਼ ਹੈਗਾ, ਜਦੋਂ ਲਾਅ ਬਣਨਾ ਉਹ ਐਕਚੁਅਲ ਇੰਪਲੀਮੈਂਟ ਹੋਈ ਚੀਜ਼ ਹੈ। ਠੀਕ ਹੈ ਨਾ, ਔਨ ਗਰਾਊਂਡ। ਹੁਣ ਇਹਨੂੰ ਅਪਲਾਈ ਕਰ ਸਕਦੇ ਹਾਂ ਆਪਾਂ, ਤਾਂ ਉਹ 2006 ਦੇ ਵਿੱਚ ਹੋਇਆ। ਇਹਦਾ ਆਨਸਰ ਆਏਗਾ ਜੀ 2006। ਫਾਈਨਲੀ ਬਿਕੇਮ ਅ ਲਾਅ। ਠੀਕ ਹੈ, ਇਹਦਾ ਆਨਸਰ, ਵਰਨਾ ਐਕਟ ਕਦੋਂ ਬਣ ਗਿਆ ਸੀ? 2005 ਦੇ ਵਿੱਚ। ਜੇ ਪੁੱਛਣ ਵੀ ਐਕਟ ਕਦੋਂ ਬਣਿਆ ਸੀ, ਤਾਂ 2005 ਦੇ ਵਿੱਚ ਬਣਿਆ ਸੀ। ਵੈਨ ਫਾਈਨਲੀ ਬਿਕੇਮ ਲਾਅ ਕਦੋਂ ਬਣ ਗਿਆ ਸੀ ਫਾਈਨਲੀ? ਇਹ ਅਗਲੇ ਸਾਲ 2006 ਦੇ ਵਿੱਚ। ਚਲੋ। ਹੂ ਇਜ਼ ਦ ਲਾਰਜੈਸਟ ਪ੍ਰੋਡਿਊਸਰ ਐਂਡ ਐਕਸਪੋਰਟਰ, ਉਤਪਾਦਕ ਵੀ ਅਤੇ ਨਿਰਯਾਤ ਵੀ ਕਰਨਾ, ਜਿਹਨੇ ਐਕਸਪੋਰਟ ਕਰਨਾ, ਆਫ ਮਾਈਕਾ ਇਨ ਦਾ ਵਰਲਡ ਇਜ਼। ਠੀਕ ਹੈ, ਤਾਂ ਦੇਖੋ ਇਹਦਾ ਆਨਸਰ ਆਏਗਾ ਜੀ ਇੰਡੀਆ। ਸਾਡਾ ਇੰਡੀਆ ਵਰਲਡ ਦਾ ਲਾਰਜੈਸਟ ਪ੍ਰੋਡਿਊਸਰ ਹੈ, ਉਤਪਾਦਕ ਵੀ ਹੈ ਅਤੇ ਨਿਰਯਾਤ ਵੀ ਕਰਦਾ ਸਭ ਤੋਂ ਜ਼ਿਆਦਾ। ਕੀ ਚੀਜ਼? ਮਾਈਕਾ ਇੱਕ ਮਿਨਰਲ ਦਾ ਨਾਮ ਹੈ ਇੱਕ। ਠੀਕ ਹੈ, ਮਾਈਕਾ। ਤਾਂ ਇੰਡੀਆ ਸਾਡਾ ਆਨਸਰ ਆਏਗਾ ਜੀ। ਇੰਪੋਰਟੈਂਟ ਕੁਐਸਚਨ ਹੈ ਜੀ, ਇੰਡੀਆ ਹੀ ਸਭ ਤੋਂ ਜ਼ਿਆਦਾ ਪ੍ਰੋਡਿਊਸ ਕਰਦਾ ਅਤੇ ਸਭ ਤੋਂ ਜ਼ਿਆਦਾ ਐਕਸਪੋਰਟ ਕਰਦਾ। ਕੀ ਚੀਜ਼? ਮਾਈਕਾ। ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਇੰਡੀਆ ਕਰਦਾ ਇਹ ਚੀਜ਼। ਆਫ ਦਾ ਅਰਥਸ ਟੋਟਲ ਵਾਟਰ ਰਿਸੋਰਸਿਸ, ਦੁਨੀਆ ਭਰ ਦੇ ਸਾਰੇ ਪਾਣੀ ਦੇ ਰਿਸੋਰਸਿਸ ਮਤਲਬ ਸਮੁੰਦਰ ਕੀ, ਓਸ਼ਨ ਕੀ, ਨਦੀਆਂ ਕੀ, ਨਾਲੇ ਕੀ, ਲੇਕਸ ਕੀ, ਸਾਰੀਆਂ ਵਾਟਰ ਰਿਸੋਰਸਿਸ ਨੂੰ ਮਿਲਾ ਕੇ। ਠੀਕ ਹੈ, ਇਹਨਾਂ ਸਾਰਿਆਂ ਦੇ ਵਿੱਚੋਂ ਫਰੈਸ਼ ਵਾਟਰ ਕਿੰਨਾ ਹੈਗਾ? ਦੇਖੋ ਮੰਨ ਲਓ ਆਹ ਸਾਰਾ ਪਾਣੀ ਹੈ 100%, ਆਹ ਸਾਰਾ ਸਾਡੀ ਦੁਨੀਆ ਦੇ ਉੱਪਰ ਪਾਣੀ ਹੈ, ਅਰਥ ਦੇ ਉੱਪਰ ਪਾਣੀ ਹੈ।
ਇਹਦਾ 97% ਤੁਹਾਨੂੰ ਪਤਾ ਹੈ ਸਿਰਫ ਔਰ ਸਿਰਫ ਓਸ਼ਨਸ ਨੇ ਇਹਦੇ ਵਿੱਚ, ਓਸ਼ਨਸ, ਠੀਕ ਹੈ, ਸਾਡਾ ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ ਇਹ ਤਾਂ ਸੋਲਟ ਵਾਟਰ ਹੈ, ਇਹ ਅਸੀਂ ਯੂਜ਼ ਨਹੀਂ ਕਰ ਸਕਦੇ, ਠੀਕ ਹੈ ਨਾ। ਹੁਣ ਸਮੁੰਦਰ ਦਾ ਪਾਣੀ ਅਸੀਂ ਪੀ ਨਹੀਂ ਸਕਦੇ ਜਾਂ ਹੋਰ ਵੀ ਕਿਸੇ ਕੰਮ ਲਈ ਆਪਾਂ ਯੂਜ਼ ਨਹੀਂ ਕਰ ਸਕਦੇ ਜ਼ਿਆਦਾ, ਠੀਕ ਹੈ, ਤਾਂ ਇਹ ਯੂਜ਼ ਕਰ ਹੀ ਨਹੀਂ ਸਕਦੇ ਆਪਾਂ। ਬਾਕੀ ਬਚਿਆ 3%, ਇਹ ਹੈਗਾ ਸਾਡਾ ਫਰੈਸ਼ ਵਾਟਰ, 3% ਫਰੈਸ਼ ਵਾਟਰ ਹੈ, ਅਤੇ ਜਿਹੜਾ 97% ਹੈ ਇਹ ਸੋਲਟ ਵਾਟਰ ਹੈ, ਕਿਉਂਕਿ ਪਾਣੀ ਸਮੁੰਦਰ ਦੇ ਵਿੱਚ ਹੈ, ਸੋਲਟ ਵਾਟਰ ਹੈ ਇਹ, ਠੀਕ ਹੈ, ਨਮਕੀਨ ਪਾਣੀ ਹੈ ਇਹ, ਅਤੇ ਇਹ ਵਾਲਾ ਹੈਗਾ ਫਰੈਸ਼ ਵਾਟਰ ਹੈ 3%। ਹੁਣ ਇਹਦਾ 3% ਦੇ ਵਿੱਚੋਂ ਵੀ ਅੱਗੇ 3% ਦੇ ਵਿੱਚੋਂ ਅੱਗੇ ਜਿਹੜਾ 2.7% ਹੈਗਾ ਉਹ ਤਾਂ ਹੈਗਾ ਜੀ, ਦੇਖੋ ਜਿਵੇਂ ਸਾਡੇ ਆਈਸਬਰਗ ਹੁੰਦੇ ਨੇਗੇ, ਆਈਸਬਰਗ ਤੁਹਾਨੂੰ ਪਤਾ ਹੋਊਗਾ, ਜਿਵੇਂ ਗਲੇਸ਼ੀਅਰਸ ਵਗੈਰਾ ਨੌਰਥ ਪੋਲ ਸਾਊਥ ਪੋਲ ਦੇ ਉੱਪਰ ਬਰਫ਼ ਦੀ ਫਾਰਮ 'ਚ ਪਏ ਨੇ, ਮਤਲਬ ਉਹ ਵੀ ਆਪਣੇ ਕੋਲ ਈਜ਼ੀਲੀ ਅਵੇਲੇਬਲ ਨਹੀਂ ਹੈਗੇ, ਹੈ ਲੱਗਦਾ ਫਰੈਸ਼ ਵਾਟਰ ਹੈ ਇਹ, ਠੀਕ ਹੈ, ਪੀਣ ਜੋਗਾ ਆਪਣਾ, ਜੇ ਅਸੀਂ ਬਰਫ਼ ਨੂੰ ਪਿਘਲਾ ਕੇ ਪੀ ਲਈ ਤਾਂ ਪੀ ਸਕਦੇ ਹਾਂ ਆਪਾਂ, ਬਟ ਕੀ ਉਹ ਈਜ਼ੀਲੀ ਐਕਸੈਸੀਬਲ ਹੈਗਾ? ਸਾਡਾ ਕੁਐਸਚਨ ਕੀ ਪੁੱਛ ਰਿਹਾ, ਫਰੈਸ਼ ਵਾਟਰ ਈਜ਼ੀਲੀ ਐਕਸੈਸੀਬਲ ਅਸੀਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਅਸੀਂ ਯੂਜ਼ ਕਰ ਸਕੀਏ, ਕੀ ਅਸੀਂ ਉਹ ਯੂਜ਼ ਕਰ ਸਕਦੇ ਹਾਂ? ਕੀ ਅਸੀਂ ਨੌਰਥ ਪੋਲ 'ਤੇ ਜਾਈਏ ਪਹਿਲਾਂ ਪਾਣੀ ਲੈਣ ਵਾਸਤੇ? ਨਹੀਂ, ਇੱਦਾਂ ਨਹੀਂ ਹੈਗਾ, ਤਾਂ ਇਹ ਵੀ ਈਜ਼ੀਲੀ ਅਵੇਲੇਬਲ ਨਹੀਂ ਹੈਗਾ। ਹੋਰ ਵੀ ਇਹਦਾ ਵੱਡਾ ਪੋਰਸ਼ਨ ਇੱਕ ਹੈਗਾ ਗਰਾਊਂਡ ਵਾਟਰ ਜਿਹੜਾ ਕਿ ਸਾਡੇ ਧਰਤੀ ਦੇ ਨੀਚੇ ਪਾਣੀ ਹੈ, ਠੀਕ ਹੈ। ਅਤੇ ਜਿਹੜਾ ਬਾਕੀ 0.3% ਰਹਿ ਗਿਆ ਇਹਦੇ ਵਿੱਚੋਂ, ਦੇਖੋ 0.3 + 2.7 3 ਬਣ ਗਿਆ ਨਾ, ਤਾਂ ਅਸੀਂ ਇਹੀ ਗੱਲ ਕਰ ਰਹੇ ਹਾਂ ਵੀ ਜਿਹੜਾ 2.7% ਹੈ ਉਹ ਵੀ ਉਹ ਕੀ ਹੈਗਾ, ਉਹ ਆਈਸਬਰਗ ਦੇ ਵਿੱਚ ਪਿਆ ਜਾਂ ਫਿਰ ਉਹ ਗਰਾਊਂਡ ਵਾਟਰ ਦੇ ਵਿੱਚ ਪਿਆ। ਜਿਹੜਾ ਬਾਕੀ 0.3% ਹੈ ਉਹ ਅਸਲ ਦੇ ਵਿੱਚ ਸਾਡੇ ਕੋਲ ਈਜ਼ੀ ਅਵੇਲੇਬਲ ਹੈ, ਕਿਹਦੇ ਫਾਰਮ ਦੇ ਵਿੱਚ? ਰਿਵਰ, ਲੇਕਸ, ਠੀਕ ਹੈ। ਤਾਂ ਇਹੋ ਜਿਹੀਆਂ ਫਾਰਮੇਸ਼ਨਸ ਨੇ ਜਿਹੜੀਆਂ ਇਸ ਅਸੀਂ ਈਜ਼ੀਲੀ ਐਕਸੈਸ ਕਰ ਸਕਦੇ ਹਾਂ। ਹੁਣ ਨਦੀ ਦੇ ਵਿੱਚੋਂ ਪਾਣੀ ਅਸੀਂ ਪੀ ਸਕਦੇ ਹਾਂ, ਬਿਲਕੁਲ ਪੀ ਸਕਦੇ ਹਾਂ, ਸਤਲੁਜ ਬਿਆਸ ਦੇ ਵਿੱਚੋਂ ਪਾਣੀ ਪੀ ਸਕਦੇ ਹਾਂ ਜਾਂ ਹੋਰ ਕੰਮ ਲੈ ਸਕਦੇ ਹਾਂ ਆਪਾਂ, ਠੀਕ ਹੈ। ਤਾਂ ਉਹ ਈਜ਼ੀਲੀ ਅਵੇਲੇਬਲ ਹੈ। ਕੁਐਸਚਨ ਸਾਡਾ ਇਹੀ ਪੁੱਛ ਰਿਹਾ ਵੀ ਬੜੇ ਆਸਾਨੀ ਨਾਲ ਜਿਹਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ, ਈਜ਼ੀਲੀ ਐਕਸੈਸੀਬਲ ਮਤਲਬ ਐਕਸੈਸ ਮਤਲਬ ਤੁਸੀਂ ਲੈ ਸਕਦੇ ਹੋ ਉਹ ਚੀਜ਼ ਈਜ਼ੀਲੀ। ਤਾਂ ਨਦੀਆਂ ਵਗੈਰਾ ਤੁਸੀਂ ਪਾਣੀ ਈਜ਼ੀਲੀ ਲੈ ਸਕਦੇ ਹਾਂ, ਬਟ ਉਹ ਪਾਣੀ ਦੁਨੀਆ ਦਾ ਸਿਰਫ 0.3% ਹੈ, ਠੀਕ ਹੈ। ਇਹ ਚੀਜ਼ ਧਿਆਨ ਰੱਖਣੀ ਹੈ। ਹੁਣ ਆਪਾਂ ਆਪਸ਼ਨ ਦੇਖਦੇ ਹਾਂ, ਮੋਰ ਦੈਨ 90% ਬਿਲਕੁਲ ਗਲਤ, 50% ਬਿਲਕੁਲ ਗਲਤ, 1% ਜਾਂ ਲੈਸ ਦੈਨ 1%। ਤਾਂ ਇੱਥੇ ਕਨਫਿਊਜ਼ਨ ਹੋ ਸਕਦੀ ਹੈ, ਬਟ ਆਪਾਂ ਨੂੰ ਪਤਾ ਹੈ ਕਿ ਇਹ 1% ਤੋਂ ਵੀ ਘੱਟ ਹੈ ਜਿਹੜਾ ਪਾਣੀ ਸਾਨੂੰ ਈਜ਼ੀਲੀ ਅਵੇਲੇਬਲ ਹੈਗਾ ਰਿਵਰਸ ਦੇ ਲੇਕਸ ਦੀ ਫਾਰਮ 'ਚ। ਤਾਂ ਇਹਦਾ ਆਨਸਰ ਆਏਗਾ ਜੀ ਲੈਸ ਦੈਨ 1%, ਬਿਲਕੁਲ ਆਏਗਾ ਜੀ, ਡੀ ਆਏਗਾ, ਠੀਕ ਹੈ। ਜੇ ਉਹ ਪੁੱਛ ਲੈਣ ਫਰੈਸ਼ ਵਾਟਰ ਕਿੰਨਾ ਟੋਟਲ, ਇੱਦਾਂ ਨਾ ਪੁੱਛਣ, ਈਜ਼ੀਲੀ ਐਕਸੈਸੀਬਲ ਨਾ ਪੁੱਛਣ, ਟੋਟਲ ਪੁੱਛ ਲੈਣ ਕਿ ਫਰੈਸ਼ ਵਾਟਰ ਕਿੰਨਾ ਦੁਨੀਆ ਦੇ ਉੱਪਰ, ਤਾਂ ਉਹਦਾ ਆਨਸਰ ਆਏਗਾ 3%, ਠੀਕ ਹੈ। ਧਿਆਨ ਰੱਖਣਾ ਇਸ ਚੀਜ਼ ਦਾ। ਇਹ ਜਿਹੜਾ 0.3% ਹੈ ਇਹ ਸਿਰਫ ਈਜ਼ੀਲੀ ਐਕਸੈਸੀਬਲ ਆਪਣਾ, ਠੀਕ ਹੈ, ਜਿਹੜਾ ਅਸੀਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। These are made to protect ਮਤਲਬ ਬਚਾਉਣਾ, our natural vegetation ਸਾਡੀ ਕੁਦਰਤੀ ਜਿਹੜੀ ਕੀ ਕਹਿੰਦੇ ਆਪਾਂ ਵੈਜੀਟੇਸ਼ਨ ਮਤਲਬ ਕੋਈ ਜਿਹੜੀ ਗਰੋਥ ਹੈ ਪਲਾਂਟਸ ਵਗੈਰਾ ਨੇ, ਕੁਦਰਤੀ ਗਰੋਥ ਹੈ ਜਿਹੜੀ, ਐਂਡ ਵਾਈਲਡ ਲਾਈਫ ਮਤਲਬ ਸਾਡੇ ਜਿਹੜੇ ਜਾਨਵਰ ਨੇ, ਜੰਗਲੀ ਜਾਨਵਰ ਨੇ ਹੋਰ ਜਾਂ ਕੁਛ। ਤਾਂ ਇਹਨਾਂ ਨੂੰ ਦੋਨਾਂ ਨੂੰ ਬਚਾਉਣ ਵਾਸਤੇ ਕਿਹੜਾ ਪ੍ਰੋਗਰਾਮ ਹੈ? ਕੀ ਨੈਸ਼ਨਲ ਪਾਰਕ ਹੈ, ਕੀ ਵਾਈਲਡ ਲਾਈਫ ਸੈਂਚੁਰੀ ਹੈ, ਕੀ ਬਾਇਓਸਫੀਅਰ ਰਿਜ਼ਰਵ ਹੈ, ਜਾਂ ਸਾਰੋਂ ਨੇ? ਦੇਖੋ ਓਬਵੀਅਸ ਜੀ ਗੱਲ, ਸਾਰੇ ਆਉਣਗੇ ਇਹਦੇ ਵਿੱਚ, ਠੀਕ ਹੈ। ਆਲ ਆਫ ਦੀ ਦਾ ਆਨਸਰ ਆਏਗਾ। ਤਾਂ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਨੈਚੁਰਲ ਵੈਜੀਟੇਸ਼ਨ ਅਤੇ ਵਾਈਲਡ ਲਾਈਫ ਨੂੰ ਪ੍ਰੋਟੈਕਟ ਕਰਦੇ ਨੇ, ਬਚਾਉਂਦੇ ਨੇ, ਠੀਕ ਹੈ ਨਾ। ਉਹਨਾਂ ਦੀ ਕੰਜ਼ਰਵੇਸ਼ਨ ਵਾਸਤੇ ਹੀ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਤਾਂ ਕਿ ਇਹ ਸਾਡਾ ਵਧੀਆ ਰਹੇ, ਸਾਰਾ ਜੰਗਲ ਵਧੀਆ ਰਹਿਣ, ਸਾਡੇ ਵੈਜੀਟੇਸ਼ਨ ਵਧੀਆ ਰਹੇ, ਠੀਕ ਹੈ। ਤਾਂ ਇਹ ਸਾਰੇ ਆਨਸਰ ਆਏਗਾ, ਇਹਦਾ ਆਨਸਰ ਆਏਗਾ ਜੀ ਆਲ ਆਫ ਦੀਸ। ਸਸਟੇਨੇਬਲ ਡਿਵੈਲਪਮੈਂਟ ਸੀਕਸ ਟੂ ਪ੍ਰੀਵੈਂਟ ਮਤਲਬ ਰੋਕਣਾ। ਹੁਣ ਸਸਟੇਨੇਬਲ ਡਿਵੈਲਪਮੈਂਟ ਦੇਖੋ ਕੀ ਇੱਕ ਤਾਂ ਹੁੰਦੀ ਹੈ ਡਿਵੈਲਪਮੈਂਟ ਹੁੰਦੀ ਹੈ, ਇੱਕ ਤਾਂ ਡਿਵੈਲਪਮੈਂਟ ਦੋ ਤਰ੍ਹਾਂ ਦੀ ਹੋ ਸਕਦੀ ਹੈ। ਇੱਕ ਤਾਂ ਅਸੀਂ ਆਪਣੇ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ, ਖੁਦਾਈ ਕਰ ਲਈ, ਕੋਲ ਮਾਈਨਿੰਗ ਕਰ ਲਈ, ਪੂਰੇ ਅਸੀਂ ਅੱਗ ਲਾਤੀ, ਸਾਰਾ ਕੁਛ ਪੋਲੂਸ਼ਨ ਕਰਤਾ, ਸਾਰਾ ਕੁਛ ਕਰਤਾ। ਹੁਣ ਇਹ ਪੋਲੂਸ਼ਨ ਦੇ ਨਾਲ ਜੇ ਅਸੀਂ ਕੁਛ ਚੀਜ਼ਾਂ ਬਣਾ ਵੀ ਲਈਆਂ, ਜੇ ਡਿਵੈਲਪਮੈਂਟ ਕਰ ਵੀ ਲਈ, ਤਾਂ ਉਹ ਨੁਕਸਾਨਦਾਇਕ ਹੈਗੀ, ਕਿਉਂਕਿ ਅਸੀਂ ਪਹਿਲਾਂ ਹੀ ਗੈਸਾਂ ਇੰਨੀਆਂ ਫੈਲਾਤੀਆਂ, ਠੀਕ ਹੈ, ਇੰਨੀ ਪੋਲੂਸ਼ਨ ਇੰਨਾ ਕਰਤਾ। ਤਾਂ ਇਹ ਚੀਜ਼ਾਂ ਨਾਲ ਜੇ ਅਸੀਂ ਕੋਈ ਚੀਜ਼ ਬਣਾ ਵੀ ਲਈ, ਡਿਵੈਲਪਮੈਂਟ ਕਰ ਲਈ, ਉਹ ਕੋਈ ਫਾਇਦਾ ਨਹੀਂ ਹੈਗਾ ਉਸਦਾ। ਤਾਂ ਸਾਡੇ ਕੋਲ ਇੱਕ ਸਸਟੇਨੇਬਲ ਡਿਵੈਲਪਮੈਂਟ ਆਉਂਦੀ ਹੈ, ਉਹ ਡਿਵੈਲਪਮੈਂਟ ਜਿਹੜੀ ਕਿ ਵਧੀਆ ਤਰੀਕੇ ਨਾਲ ਕੀਤੀ ਜਾਵੇ, ਠੀਕ ਹੈ ਨਾ। ਹੁਣ ਜੇ ਅਸੀਂ ਐਨਰਜੀ ਹੀ ਬਣਾਉਣੀ ਹੈ, ਜੇ ਅਸੀਂ ਬਿਜਲੀ ਹੀ ਪੈਦਾ ਕਰਨੀ ਹੈ, ਤਾਂ ਜ਼ਰੂਰੀ ਹੈ ਵੀ ਕੋਲ ਨਾਲ ਕੀਤੀ ਜਾਵੇ, ਜ਼ਰੂਰੀ ਹੈ ਵੀ ਕੋਇਲੇ ਨਾਲ ਕੀਤੀ ਜਾਵੇ? ਨਹੀਂ, ਅਸੀਂ ਰੀਨਿਊਏਬਲ ਐਨਰਜੀ ਮਤਲਬ ਜਿਵੇਂ ਕਿ ਹਾਈਡਰੋ ਇਲੈਕਟ੍ਰੀਸਿਟੀ, ਠੀਕ ਹੈ, ਨਿਊਕਲੀਅਰ ਐਨਰਜੀ ਜਾਂ ਫਿਰ ਸੋਲਰ ਐਨਰਜੀ, ਤਾਂ ਇਹ ਚੀਜ਼ਾਂ ਨਾਲ ਵੀ ਤਾਂ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ ਨਾ। ਤਾਂ ਇਹ ਵਾਲੀ ਜਿਹੜੀ ਡਿਵੈਲਪਮੈਂਟ ਹੋਊਗੀ ਹੁਣ, ਇਹ ਹੋਊਗੀ ਸਸਟੇਨੇਬਲ ਡਿਵੈਲਪਮੈਂਟ, ਠੀਕ ਹੈ। ਇੱਕ ਤਾਂ ਸੀਗਾ ਵੀ ਪੂਰਾ ਪੋਲੂਸ਼ਨ ਕਰਕੇ ਸਾਰਾ ਕੁਛ ਦੁਨੀਆ ਨੂੰ ਖਤਰੇ 'ਚ ਪਾ ਕੇ ਫਿਰ ਡਿਵੈਲਪਮੈਂਟ ਕਰਨੀ। ਇੱਕ ਹੈ ਵੀ ਸਹੀ ਤਰੀਕੇ ਨਾਲ ਡਿਵੈਲਪਮੈਂਟ ਕਰਨੀ, ਉਹਨੂੰ ਅਸੀਂ ਕਹਿੰਦੇ ਹਾਂ ਸਸਟੇਨੇਬਲ ਡਿਵੈਲਪਮੈਂਟ, ਠੀਕ ਹੈ। ਹੁਣ ਇਹੀ ਦੇਖਦੇ ਹਾਂ ਵੀ ਸਸਟੇਨੇਬਲ ਡਿਵੈਲਪਮੈਂਟ ਕਿਸ ਚੀਜ਼ ਨੂੰ ਰੋਕਦੀ ਹੈ? ਕੀ ਉਹ ਵੇਸਟੇਜ ਆਫ ਰਿਸੋਰਸਿਸ ਨੂੰ ਰੋਕਦੀ ਹੈ? ਬਿਲਕੁਲ ਰੋਕਦੀ ਹੈ। ਪੋਲੂਸ਼ਨ ਨੂੰ ਰੋਕਦੀ ਹੈ? ਬਿਲਕੁਲ ਰੋਕਦੀ ਹੈ। ਅਸੀਂ ਹੁਣ ਇੱਥੇ ਕਰਕੇ ਆਏ ਹਾਂ ਕਿ ਪੋਲੂਸ਼ਨ ਸਾਨੂੰ ਨਹੀਂ ਚਾਹੀਦਾ। ਸੋਲਰ ਐਨਰਜੀ ਕਲੀਨ ਐਨਰਜੀ ਹੈਗੀ ਹੈ ਸਾਡੀ, ਠੀਕ ਹੈ। ਜਿਹੜੀ ਸੂਰਜ ਊਰਜਾ ਸਾਡੀ ਉਹ ਕਲੀਨ ਐਨਰਜੀ ਹੈ। ਲੋਸ ਆਫ ਬਾਇਓਡਾਇਵਰਸਿਟੀ ਨੂੰ ਰੋਕਦਾ? ਬਿਲਕੁਲ ਰੋਕਦਾ ਜੀ। ਤਾਂ ਇਹਦਾ ਆਨਸਰ ਆਏਗਾ ਜੀ ਆਲ ਆਫ ਦੀਸ। ਬਾਇਓਡਾਇਵਰਸਿਟੀ ਦਾ ਮਤਲਬ ਰਾਜੇ ਹੁੰਦਾ ਵੀ ਜਿਵੇਂ ਸਾਰੇ ਹੀ ਸਾਡੇ
ਪਸ਼ੂ ਪੰਛੀ ਜਾਂ ਪੇੜ ਪੌਦੇ ਜਿੰਨੇ ਹੀ ਚੀਜ਼ਾਂ ਹੈਗੀਆਂ ਨੇ ਦੁਨੀਆ ਦੇ ਉੱਪਰ ਲਿਵਿੰਗ ਥਿੰਗਸ ਨੇ ਜਿੰਨੀਆਂ ਹੀ, ਤਾਂ ਉਸ ਨੂੰ ਅਸੀਂ ਬਾਇਓਡਾਇਵਰਸਿਟੀ ਕਹਾਂਗੇ। ਤਾਂ ਸਸਟੇਨੇਬਲ ਡਿਵੈਲਪਮੈਂਟ ਹੈ ਜਿਹੜਾ ਬਾਇਓਡਾਇਵਰਸਿਟੀ ਦੇ ਲੋਸ ਨੂੰ ਵੀ ਰੋਕਦਾ, ਠੀਕ ਹੈ ਨਾ, ਤਾਂ ਕਿ ਇਹਨੂੰ ਵੀ ਬਚਾਉਂਦਾ। ਮਤਲਬ ਹੁਣ ਜੇ ਅਸੀਂ ਪੋਲੂਸ਼ਨ ਪੈਦਾ ਕਰੀ ਚੱਲਾਂਗੇ ਤਾਂ ਸਾਰਿਆਂ ਵਾਸਤੇ ਖਤਰਨਾਕ ਹੈ ਨਾ ਇਹ ਚੀਜ਼, ਠੀਕ ਹੈ। ਤਾਂ ਇਸ ਚੀਜ਼ ਨੂੰ ਇਹ ਸਸਟੇਨੇਬਲ ਡਿਵੈਲਪਮੈਂਟ ਰੋਕਦੀ ਹੈਗੀ, ਠੀਕ ਹੈ। ਤਾਂ ਆਨਸਰ ਆਏਗਾ ਜੀ ਆਲ ਆਫ ਦਿਸ। ਇਨ ਆਰਡਰ ਟੂ ਪ੍ਰੀਵੈਂਟ ਰਿਲੀਜੀਅਸ ਬੇਸਡ ਐਕਸਕਲੂਜਨ, ਐਕਸਕਲੂਜਨ ਮਤਲਬ ਕਿਸੇ ਨੂੰ ਅਲੱਗ ਕਰ ਦੇਣਾ, ਠੀਕ ਹੈ। ਡਿਸਕ੍ਰਿਮੀਨੇਸ਼ਨ, ਕਿਸੇ ਨਾਲ ਭੇਦਭਾਵ ਕਰਨਾ। ਆਫ ਲੋਅਰ ਕਾਸਟ, ਜਿਹੜੀਆਂ ਸਾਡੀਆਂ ਪਿਛੜੀਆਂ ਜਾਤਾਂ ਨੇ ਉਹਨਾਂ ਨੂੰ ਅਲੱਗ ਕਰਿਆ ਜਾਂਦਾ ਹੈ ਜਾਂ ਡਿਸਕ੍ਰਿਮੀਨੇਟ ਕਰਿਆ ਜਾਂਦਾ, ਉਹਨਾਂ ਨਾਲ ਭੇਦਭਾਵ ਕਰਿਆ ਜਾਂਦਾ ਹੈ। ਇਹ ਸਾਨੂੰ ਪਤਾ ਹੈ, ਸਾਡੀ ਸੋਸਾਇਟੀ 'ਚ ਹੁੰਦਾ ਇਹ ਚੀਜ਼। ਬਟ ਸਾਡਾ ਜਿਹੜਾ ਸੰਵਿਧਾਨ ਹੈ ਉਹ ਇਸ ਚੀਜ਼ ਨੂੰ ਬੈਨ ਕਰਦਾ ਕਿ ਇੱਦਾਂ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰਨਾ, ਠੀਕ ਹੈ। ਤਾਂ ਉਹ ਕਿਹੜੀ ਪ੍ਰੋਵੀਜ਼ਨ ਨਾਲ ਕਰਦਾ ਹੈਗਾ? ਇਨ ਆਰਡਰ ਟੂ ਪ੍ਰੀਵੈਂਟ ਮਤਲਬ ਰੋਕਣਾ, ਰਿਲੀਜੀਅਨ ਬੇਸਡ ਐਕਸਕਲੂਜਨ ਅਤੇ ਡਿਸਕ੍ਰਿਮੀਨੇਸ਼ਨ ਨੂੰ ਰੋਕਣ ਵਾਸਤੇ ਸਾਡਾ ਸੰਵਿਧਾਨ ਕਿਸ ਚੀਜ਼ ਨੂੰ ਬੈਨ ਕਰਦਾ? ਦ ਇੰਡੀਅਨ ਕੌਨਸਟੀਟਿਊਸ਼ਨ ਬੈਨਸ ਵਿਚ ਆਫ ਦਿਸ ਫੋਲੋਇੰਗ। ਦੇਖੋ ਇਹਦਾ ਆਨਸਰ ਬਿਲਕੁਲ ਹੀ ਪਰਫੈਕਟ ਹੋਣਾ ਚਾਹੀਦਾ, ਅਨਟੱਚੇਬਿਲਿਟੀ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਅਨਟੱਚੇਬਿਲਿਟੀ ਨੂੰ ਸਾਡਾ ਜਿਹੜਾ ਸੰਵਿਧਾਨ ਹੈ ਉਹ ਬੈਨ ਕਰਦਾ। ਅਨਟੱਚੇਬਿਲਿਟੀ ਮਤਲਬ ਛੂਆ-ਛੂਤ। ਪਹਿਲਾਂ ਤੁਹਾਨੂੰ ਪਤਾ ਛੂਆ-ਛੂਤ ਬਹੁਤ ਹੁੰਦਾ ਸੀਗਾ ਜਿਹੜੇ ਲੋਅਰ ਕਾਸਟ ਸੀਗੀਆਂ, ਬਟ ਹੁਣ ਸਾਡਾ ਸੰਵਿਧਾਨ ਇਸ ਚੀਜ਼ ਨੂੰ ਬੈਨ ਕਰਦਾ। ਤੇ ਕੌਨਸਟੀਟਿਊਸ਼ਨ ਬੈਨਸ ਅਨਟੱਚੇਬਿਲਿਟੀ। ਕਿਹਦੇ ਅੰਡਰ ਕਰਦਾ ਬੈਨ ਜੀ? ਆਰਟੀਕਲ 17, ਇਹ ਵੀ ਇੰਪੋਰਟੈਂਟ ਹੈ ਜੀ। ਆਰਟੀਕਲ 17 ਹੈ ਜਿਹੜਾ ਉਹ ਸਾਡਾ ਅਨਟੱਚੇਬਿਲਿਟੀ ਨੂੰ ਬੈਨ ਕਰਦਾ, ਠੀਕ ਹੈ। ਆਨਸਰ ਇੱਥੇ ਹੀ ਆ ਗਿਆ, ਆਪਾਂ ਨੂੰ ਅੱਗੇ ਜਾਣ ਦੀ ਲੋੜ ਹੀ ਨਹੀਂ ਪੈਣੀ, ਠੀਕ ਹੈ। ਬਾਕੀ ਤੁਸੀਂ ਅੱਗੇ ਦੇਖੋਗੇ ਵੀ ਤਾਂ ਰਿਲੀਜੀਅਸ ਪ੍ਰੈਕਟਿਸ, ਰਿਲੀਜਨ, ਇਹਨਾਂ ਨੂੰ ਬੈਨ ਕਰਨ ਦਾ ਕੋਈ ਮਤਲਬ ਹੀ ਨਹੀਂ। ਅਸੀਂ ਧਰਮ ਆਪਣਾ ਉਪਾਸਨਾ ਕਰਦੇ ਹਾਂ, ਠੀਕ ਹੈ। ਸਾਡੇ ਧਾਰਮਿਕ ਸੰਸਥਾਵਾਂ ਵੀ ਹੈਗੀਆਂ ਨੇ, ਪ੍ਰੈਕਟਿਸਿਸ ਵੀ ਕਰਦੇ ਹਾਂ, ਤਾਂ ਇਹ ਚੀਜ਼ਾਂ ਦਾ ਬੈਨ ਹੋਣ ਦਾ ਮਤਲਬ ਹੀ ਨਹੀਂ। ਅਨਟੱਚੇਬਿਲਿਟੀ ਬੈਨ ਕੀਤੀ ਗਈ ਹੈ, ਠੀਕ ਹੈ। ਚਲੋ, ਅ ਫਾਰਮ ਆਫ ਗਵਰਨਮੈਂਟ, ਐਸੀ ਸਰਕਾਰ ਦੀ ਫਾਰਮ ਜਿਹੜੀ ਕਿ ਵੇਅਰ ਪੀਪਲ ਇੰਜੋਏ ਇਕੁਅਲ ਪੋਲੀਟੀਕਲ ਰਾਈਟ, ਜਿੱਥੇ ਕਿ ਸਾਰੇ ਲੋਕਾਂ ਦੇ ਇਕੁਅਲ ਪੋਲੀਟੀਕਲ ਰਾਈਟਸ ਹੋਣ। ਤਾਂ ਇਹ ਜੀ ਗਵਰਨਮੈਂਟ ਜਿੱਥੇ ਵੇਅਰ ਪੀਪਲ ਇੰਜੋਏ ਇਕੁਅਲ ਪੋਲੀਟੀਕਲ ਰਾਈਟ, ਮਤਲਬ ਬਰਾਬਰ ਹੀ ਰਾਜਨੀਤਿਕ ਅਧਿਕਾਰ। ਇਲੈਕਟ ਦੇਅਰ ਰੂਲਰਸ, ਆਪਣੇ ਜਿਹੜੇ ਸ਼ਾਸਕ ਨੇ ਉਹਨਾਂ ਨੂੰ ਇਲੈਕਟ ਵੀ ਕਰਨਾ, ਉਹਨਾਂ ਦਾ ਇਲੈਕਸ਼ਨ ਕਰਨਾ ਹੈ। ਐਂਡ ਹੋਲਡ ਦੈਮ ਅਕਾਊਂਟੇਬਲ, ਉਹਨਾਂ ਨੂੰ ਜਵਾਬਦੇਹੀ ਉਹਨਾਂ ਤੋਂ ਲੈਣੀ। ਅਕਾਊਂਟੇਬਲ ਮਤਲਬ ਜਵਾਬਦੇਹੀ, ਠੀਕ ਹੈ ਨਾ। ਤਾਂ ਇਹ ਜੀ ਕਿਹੜੀ ਸਰਕਾਰ ਹੁੰਦੀ ਹੈ ਜਿੱਥੇ ਲੋਕਾਂ ਦੇ ਬਰਾਬਰ ਰਾਜਨੀਤਿਕ ਅਧਿਕਾਰ ਹੋਣ, ਆਪਣੇ ਜਿਹੜੇ ਰੂਲਰ ਨੇ ਉਹਨਾਂ ਨੂੰ, ਆਪਣੇ ਸ਼ਾਸਕ ਉਹਨਾਂ ਨੂੰ ਇਲੈਕਸ਼ਨ ਵੀ ਕਰਨਾ ਉਹਨਾਂ ਦਾ, ਅਤੇ ਉਹਨਾਂ ਨੂੰ ਅਕਾਊਂਟੇਬਲ ਵੀ ਕਰਨਾ, ਜਵਾਬਦੇਹੀ ਵੀ ਕਰਨੀ ਹੈ, ਠੀਕ ਹੈ ਨਾ। ਹੁਣ ਦੇਖੋ ਇਹ ਸਾਰੀਆਂ ਚੀਜ਼ਾਂ ਸਾਡੇ ਸੰਵਿਧਾਨ ਦੇ ਵਿੱਚ ਹੈਗੀਆਂ ਨੇ, ਸਾਡੇ ਸਿਸਟਮ ਦੇ ਵਿੱਚ ਹੈਗੀਆਂ ਨੇ। ਤਾਂ ਸਾਡਾ ਇਹ ਸਿਸਟਮ ਇੱਕ ਡੈਮੋਕ੍ਰੇਟਿਕ ਕੰਟਰੀ ਆਪਾਂ ਨੂੰ ਪਤਾ ਹੈ, ਠੀਕ ਹੈ। ਤਾਂ ਇਹਦਾ ਆਨਸਰ ਪਹਿਲੀ ਗੱਲ ਤਾਂ ਆਏਗਾ ਜੀ ਡੈਮੋਕ੍ਰੇਟਿਕ। ਹੁਣ ਆਪਾਂ ਸਾਰੇ ਇਹਦਾ ਟਰਮਸ ਦਾ ਮੀਨਿੰਗ ਦੇਖ ਲੈਂਦੇ ਇੱਕ ਵਾਰੀ, ਠੀਕ ਹੈ। ਤਾਂ ਇਹਦਾ ਆਨਸਰ ਤਾਂ ਡੈਮੋਕ੍ਰੇਟਿਕ ਆਏਗਾ। ਦੇਖੋ ਸੈਕੂਲਰ ਕੀ ਹੁੰਦਾ? ਸੈਕੂਲਰ ਹੁੰਦਾ ਧਰਮ ਨਿਰਪੱਖਤਾ, ਠੀਕ ਹੈ। ਹਾਲਾਂਕਿ ਸਾਡਾ ਦੇਸ਼ ਸਾਰੇ ਹੈ, ਸੈਕੂਲਰ ਵੀ ਹੈ, ਡੈਮੋਕ੍ਰੇਟਿਕ ਵੀ ਹੈ, ਸੋਸ਼ਲਿਸਟ ਵੀ ਹੈ, ਰਿਪਬਲਿਕ ਵੀ ਹੈ। ਸਾਡੇ ਦੇਸ਼ ਸਾਰੀਆਂ ਚੀਜ਼ਾਂ ਹੈਗਾ। ਬਟ ਜਿਹੜਾ ਇਹ ਕੁਐਸਚਨ ਦਾ ਆਨਸਰ ਹੈ ਉਹ ਡੈਮੋਕ੍ਰੇਟਿਕ ਆਏਗਾ। ਕਿਵੇਂ ਆਊਗਾ? ਦੇਖੋ ਸੈਕੂਲਰ ਦਾ ਕੀ ਮਤਲਬ ਹੈ? ਧਰਮ ਨਿਰਪੱਖਤਾ, ਠੀਕ ਹੈ, ਧਰਮ ਨਿਰਪੱਖਤਾ। ਤਾਂ ਇਹ ਜੀ ਕੋਈ ਚੀਜ਼ ਇਸ ਕੁਐਸਚਨ ਦੇ ਵਿੱਚ ਕਵਰ ਨਹੀਂ ਕੀਤੀ ਗਈ, ਤਾਂ ਇਹ ਆਨਸਰ ਨਹੀਂ ਆਉਂਦਾ। ਸੋਸ਼ਲਿਸਟ ਕੀ ਹੁੰਦਾ ਹੈਗਾ? ਜਿੱਥੇ ਸਾਰਿਆਂ ਨੂੰ ਬਰਾਬਰ ਚੀਜ਼ਾਂ ਦਿੱਤੀਆਂ ਜਾਣ। ਮੰਨ ਲਓ ਜੇ 100 ਰੁਪਏ ਨੇ ਦੇਸ਼ ਦੇ ਵਿੱਚ, ਤਾਂ ਸੋਸ਼ਲਿਜ਼ਮ ਕੀ ਕਹਿੰਦੀ ਹੈ ਵੀ ਸਾਰਿਆਂ ਨੂੰ, ਜੇ 100 ਬੰਦੇ ਨੇ 100 ਰੁਪਏ ਨੇ, ਤਾਂ ਕਹਿੰਦੀ ਹੈ ਵੀ ਸਾਰਿਆਂ ਨੂੰ 1 ਰੁਪਇਆ ਦੇ ਦਿਓ, ਠੀਕ ਹੈ। ਤਾਂ ਬਰਾਬਰ ਚੀਜ਼ਾਂ ਦੇ ਦਿਓ ਸਾਰਿਆਂ ਨੂੰ। ਤਾਂ ਇਹ ਜਿਹੀ ਵੀ ਕੋਈ ਗੱਲ ਕੀਤੀ ਨਹੀਂ ਗਈ ਹੈਗੀ। ਇਕੁਅਲ ਪੋਲੀਟੀਕਲ ਰਾਈਟ ਦੀ ਗੱਲ ਕੀਤੀ ਗਈ ਹੈ, ਇਕਨੋਮਿਕ ਰਾਈਟ ਦੀ ਗੱਲ ਨਹੀਂ ਕੀਤੀ ਗਈ ਹੈਗੀ, ਠੀਕ ਹੈ। ਜੇ ਇਕਨੋਮਿਕ ਰਾਈਟ ਦੀ ਗੱਲ ਹੁੰਦੀ ਤਾਂ ਅਸੀਂ ਸੋਸ਼ਲਿਸਟ ਸੋਚ ਸਕਦੇ ਸੀਗੇ। ਸੋਸ਼ਲਿਜ਼ਮ ਜ਼ਿਆਦਾ ਇਕਨੋਮੀ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਤਾਂ ਇਹ ਵੀ ਨਹੀਂ ਆਉਂਦਾ। ਰਿਪਬਲਿਕ ਕੀ ਹੁੰਦਾ? ਜਿੱਥੇ ਕਿ ਅਸੀਂ ਆਪਣੇ ਰੂਲਰ ਨੂੰ ਚੁਣੀਏ, ਮਤਲਬ ਜਿਵੇਂ ਕੋਈ ਰਾਜਾ ਨਾ ਹੋਵੇ, ਠੀਕ ਹੈ ਨਾ, ਕੋਈ ਰਾਜਾ ਨਾ ਹੋਵੇ, ਬਲਕਿ ਸਾਡਾ ਕੋਈ ਜਿਵੇਂ ਪ੍ਰਧਾਨ ਮੰਤਰੀ ਅਸੀਂ ਚੁਣਦੇ ਹਾਂ ਜਾਂ ਪ੍ਰੈਜ਼ੀਡੈਂਟ ਅਸੀਂ ਚੁਣਦੇ ਹਾਂ, ਵੀ ਉਹ ਅਸੀਂ ਖੁਦ ਇਲੈਕਟ ਕਰੀਏ। ਜਿਵੇਂ ਬ੍ਰਿਟੇਨ ਹੈ, ਹੁਣ ਬ੍ਰਿਟੇਨ ਹੈਗਾ, ਬ੍ਰਿਟੇਨ ਦੇ ਵਿੱਚ ਰਾਣੀ ਹੈਗੀ, ਠੀਕ ਹੈ। ਤਾਂ ਉਹ ਰਿਪਬਲਿਕ ਨਹੀਂ ਹੈਗਾ, ਬ੍ਰਿਟੇਨ ਰਿਪਬਲਿਕ ਨਹੀਂ ਹੈਗਾ। ਸਾਡਾ ਦੇਸ਼ ਰਿਪਬਲਿਕ ਹੈ ਕਿਉਂਕਿ ਸਾਡਾ ਜਿਹੜਾ ਰਾਸ਼ਟਰਪਤੀ ਅਸੀਂ ਖੁਦ ਚੁਣਦੇ ਹਾਂ, ਠੀਕ ਹੈ ਨਾ। ਤਾਂ ਸਾਡਾ ਰਾਸ਼ਟਰਪਤੀ ਹੈ ਇਲੈਕਟਡ ਹੁੰਦਾ। ਤਾਂ ਇਹ ਸਾਰੇ ਜਿਹੜੀਆਂ ਚੀਜ਼ਾਂ ਨੇ, ਹੁਣ ਇਹਦੇ ਵਿੱਚ ਸਿਰਫ ਇੱਕੋ ਹੀ ਚੀਜ਼ ਸੀਗੀ ਰਿਪਬਲਿਕ ਵਾਲੀ ਸਿਰਫ ਇੱਕੋ ਚੀਜ਼ ਸੀਗੀ। ਬਟ ਬਾਕੀ ਚੀਜ਼ਾਂ ਜਿਹੜੀਆਂ ਇਕੁਅਲ ਪੋਲੀਟੀਕਲ ਰਾਈਟ ਅਤੇ ਹੋਲਡ ਦਮ ਅਕਾਊਂਟੇਬਲ, ਇਹ ਚੀਜ਼ਾਂ ਡੈਮੋਕ੍ਰੇਸੀ ਦੇ ਵਿੱਚ ਹੀ ਆਉਂਦੀਆਂ ਨੇ, ਠੀਕ ਹੈ ਨਾ। ਤੁਹਾਨੂੰ ਇਹ ਵੀ ਪਤਾ ਹੋਊਗਾ ਕਿ ਡੈਮੋਕ੍ਰੇਸੀ ਦਾ ਮਤਲਬ ਕੀ ਹੈ। ਦੇਖੋ ਡੈਮੋਕ੍ਰੇਸੀ ਦਾ ਮਤਲਬ ਲੋਕਾਂ ਦੀ ਜਿਹੜੀ ਲੋਕਾਂ ਦਾ ਰਾਜ। ਡੈਮੋ ਮਤਲਬ ਲੋਕ ਹੁੰਦਾ, ਡੈਮੋ ਮਤਲਬ ਲੋਕ, ਅਤੇ ਐਕ੍ਰੇਟਿਕ ਮਤਲਬ ਕ੍ਰੇਸੀ ਤੋਂ ਬਣਿਆ ਹੈ, ਕ੍ਰੇਸੀ ਮਤਲਬ ਰਾਜ, ਲੋਕਾਂ ਦਾ ਰਾਜ ਹੁੰਦਾ। ਤਾਂ ਜੇ ਅਸੀਂ ਆਪਣੇ ਸ਼ਾਸਕਾਂ ਨੂੰ ਅਕਾਊਂਟੇਬਲ, ਜਵਾਬਦੇਹ ਸਿੱਧ ਕਰਨਾ ਹੈ, ਤਾਂ ਤਾਂ ਉਹਦਾ ਮਤਲਬ ਕੀ ਹੈ ਵੀ ਲੋਕਾਂ ਦਾ ਰਾਜ ਹੈ ਉਹ, ਠੀਕ ਹੈ। ਤਾਂ ਇਹਦਾ ਆਨਸਰ ਡੈਮੋਕ੍ਰੇਟਿਕ ਹੀ ਆਏਗਾ। ਚਲੋ ਨੈਕਸਟ ਦੇਖਦੇ ਹਾਂ। ਵਿਚ ਸਟੇਟ ਆਫ ਇੰਡੀਆ ਇਜ਼ ਦ ਹਾਈਐਸਟ ਪ੍ਰੋਡਿਊਸਰ ਆਫ ਜੂਟ। ਜੂਟ ਤੁਹਾਨੂੰ ਪਤਾ ਕੀ ਹੁੰਦੀ ਹੈ? ਜਿਵੇਂ ਸਾਡੇ ਜੂਟ ਦੇ ਬੋਰੀਆਂ ਹੁੰਦੀਆਂ ਨੇ, ਸਾਡੀਆਂ ਬੈਗਸ ਹੁੰਦੇ ਨੇ, ਹੈ ਨਾ, ਜਿਹਦੇ ਵਿੱਚ ਅਸੀਂ ਕਣਕ ਵਗੈਰਾ ਪਾਉਂਦੇ ਹਾਂ, ਠੀਕ ਹੈ, ਉਹ ਜੂਟ ਹੁੰਦਾ। ਤਾਂ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ? ਅਸਮ, ਵੈਸਟ ਬੰਗਾਲ, ਬਿਹਾਰ। ਵੈਸੇ ਤਾਂ ਦੇਖੋ ਇਹ ਸਾਰੀਆਂ ਸਟੇਟਸ ਦੇ ਵਿੱਚ ਹੀ ਹੁੰਦਾ ਲਗਭਗ, ਬਟ ਵੈਸਟ ਬੰਗਾਲ ਦੇ ਵਿੱਚ ਮੈਕਸਿਮਮ ਹੁੰਦਾ ਇਹ। ਤਾਂ ਇਹਦਾ ਆਨਸਰ ਆਏਗਾ ਜੀ ਵੈਸਟ ਬੰਗਾਲ, ਠੀਕ ਹੈ। ਵੈਸਟ ਬੰਗਾਲ ਆਨਸਰ ਆਏਗਾ, ਕਿਉਂਕਿ ਬਲਕਿ ਜਿਹੜਾ ਸਾਡਾ ਹੁਣ ਜੇ ਦੇਸ਼ ਹੈ ਸਾਡਾ, ਇਹ ਬੰਗਾਲ ਉਰੇ ਹੈਗਾ, ਅਤੇ ਆਹ ਬੰਗਲਾਦੇਸ਼ ਹੈ।
ਇਹ ਦੋਨੋਂ ਇਹ ਸਾਰੇ ਰੀਜਨ ਦੇ ਵਿੱਚ ਵੀ, ਬੰਗਲਾਦੇਸ਼ ਦੇ ਵਿੱਚ ਵੀ ਤੇ ਆਪਣੇ ਇੰਡੀਆ ਦੇ ਵੈਸਟ ਬੰਗਾਲ ਦੇ ਵਿੱਚ ਵੀ ਇਹ ਜੂਟ ਦੀ ਪ੍ਰੋਡਕਸ਼ਨ ਬਹੁਤ ਟਾਈਮ ਤੋਂ ਹੁੰਦੀ ਆ ਰਹੀ ਹੈ, ਠੀਕ ਹੈ। ਤਾਂ ਇਹ ਰੀਜਨ 'ਚ ਦੁਨੀਆ ਦੇ ਸਭ ਤੋਂ ਵੱਧ ਪ੍ਰੋਡਕਸ਼ਨ ਹੁੰਦੀ ਹੈ ਇੱਥੇ ਇਹ ਰੀਜਨ ਦੇ ਵਿੱਚ। ਈਵਨ ਕਿ ਇੰਡੀਆ ਇਜ਼ ਦ ਲਾਰਜੈਸਟ ਪ੍ਰੋਡਿਊਸਰ ਆਫ ਵਰਲਡ। ਜੂਟ ਦੇ ਵਿੱਚ ਇੰਡੀਆ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਹੈਗਾ, ਠੀਕ ਹੈ। ਤੇ ਇੰਡੀਆ ਦੇ ਵਿੱਚ ਕੌਣ ਉਤਪਾਦਕ ਸਭ ਤੋਂ ਵੱਡਾ? ਵੈਸਟ ਬੰਗਾਲ। ਦੇਖੋ ਧਿਆਨ ਨਾਲ ਦੇਖੋ, ਦੁਨੀਆ ਦੇ ਵਿੱਚ ਇੰਡੀਆ ਸਭ ਤੋਂ ਵੱਡਾ ਹੈ, ਇੰਡੀਆ ਦੇ ਵਿੱਚ ਵੈਸਟ ਬੰਗਾਲ ਸਭ ਤੋਂ ਜ਼ਿਆਦਾ ਉਤਪਾਦਕ ਹੈ। ਕਾਹਦਾ? ਜੂਟ ਦਾ। ਚਲੋ, ਵਿਚ ਇੰਡੀਆ ਸਟੇਟ ਆਫ ਇੰਡੀਆ ਇਜ਼ ਦ ਜਿਮ ਕੋਰਬੇਟ ਨੈਸ਼ਨਲ ਪਾਰਕ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ, ਵੀ ਜਿਮ ਕੋਰਬੇਟ ਕਿੱਥੇ ਲੋਕੇਟਡ ਹੈਗਾ? ਉੱਤਰਾਖੰਡ, ਗੁਜਰਾਤ, ਅਸਮ, ਉੱਤਰ ਪ੍ਰਦੇਸ਼। ਤੇ ਇਹਦਾ ਆਨਸਰ ਆਏਗਾ ਜੀ ਉੱਤਰਾਖੰਡ। ਉੱਤਰਾਖੰਡ ਦੇ ਵਿੱਚ ਸਾਡਾ ਜਿਮ ਕੋਰਬੇਟ ਨੈਸ਼ਨਲ ਪਾਰਕ ਹੈ ਜਿਹੜਾ ਉਹ ਲੋਕੇਟਡ ਹੈਗਾ। ਇੱਕ ਹੋਰ ਵੀ ਇੱਥੇ ਹੈਗਾ ਉੱਤਰਾਖੰਡ ਦੇ ਵਿੱਚ, ਉਹ ਕਿਹੜਾ ਹੈ? ਰਾਜਾ ਜੀ ਨੈਸ਼ਨਲ ਪਾਰਕ। ਰਾਜਾ ਜੀ ਨੈਸ਼ਨਲ ਪਾਰਕ, ਠੀਕ ਹੈ, ਉਹ ਵੀ ਉੱਤਰਾਖੰਡ ਦਾ, ਉਹ ਵੀ ਇੰਪੋਰਟੈਂਟ ਹੈਗਾ। ਮੇਰੀ ਤੁਸੀਂ ਇੱਕ ਸਾਡੇ 51 ਟਾਈਗਰ ਰਿਜ਼ਰਵਸ ਨੇ, ਟਾਈਗਰ ਰਿਜ਼ਰਵ, ਠੀਕ ਹੈ। ਮੈਂ ਇਸ 'ਤੇ ਇੱਕ ਕੋਰਸ ਬਣਾਵਾਂਗਾ, ਸਪੈਸ਼ਲ ਇੱਕ ਵੀਡੀਓ ਬਣਾ ਦਾਂਗਾ, ਠੀਕ ਹੈ। ਤੁਸੀਂ ਤੁਹਾਡੇ ਸਾਰੇ ਦੇ ਸਾਰੇ 51 ਦੇ 51 ਟਾਈਗਰ ਰਿਜ਼ਰਵ ਉਹਦੇ ਵਿੱਚ ਕਵਰ ਕਰਾ ਦਾਂਗੇ ਆਪਾਂ, ਠੀਕ ਹੈ। ਬਹੁਤ ਇੰਪੋਰਟੈਂਟ ਵੀਡੀਓ ਬਣਾਵਾਂਗਾ ਤਾਂ ਸਾਰੇ ਯਾਦ ਹੋ ਜਾਣਗੇ ਉਹਦੇ ਨਾਲ। ਟ੍ਰਿਕਸ ਨਾਲ ਬਣਾਵਾਂਗਾ ਮੈਂ, ਟ੍ਰਿਕਸ ਨਾਲ ਸਾਰੇ ਟਾਈਗਰ ਰਿਜ਼ਰਵ ਯਾਦ ਕਰਾ ਦਾਂਗਾ, ਠੀਕ ਹੈ। ਉਹਦੇ ਵਿੱਚ ਨੈਸ਼ਨਲ ਪਾਰਕ ਵੀ ਹੋਣਗੇ, ਠੀਕ ਹੈ। ਤਾਂ ਉੱਤਰਾਖੰਡ ਦੇ ਵਿੱਚ ਦੋ ਨੇ ਜੀ, ਜਿਮ ਕੋਰਬੇਟ ਤੇ ਰਾਜਾ ਜੀ। ਮਨੀ ਬਿੱਲ ਇਜ਼ ਇੰਟਰੋਡਿਊਸਡ ਓਨਲੀ ਇਨ ਰਾਜ ਸਭਾ, ਓਨਲੀ ਇਨ ਲੋਕ ਸਭਾ, ਬੋਥ ਹਾਊਸਿਸ ਬਾਈ ਸਪੀਕਰ। ਤਾਂ ਇਹਦਾ ਆਨਸਰ ਆਏਗਾ ਜੀ ਓਨਲੀ ਇਨ ਲੋਕ ਸਭਾ। ਸਿਰਫ ਔਰ ਸਿਰਫ ਲੋਕ ਸਭਾ ਦੇ ਵਿੱਚ ਮਨੀ ਬਿੱਲ ਇੰਟਰੋਡਿਊਸ ਕੀਤਾ ਜਾ ਸਕਦਾ, ਠੀਕ ਹੈ। ਬਾਕੀ ਆਪਾਂ ਪਾਰਲੀਮੈਂਟ ਦੇ ਵਿੱਚ ਚੈਪਟਰ ਦੇ ਵਿੱਚ ਦੇਖਾਂਗੇ ਬਹੁਤ ਡਿਟੇਲ ਦੇ ਵਿੱਚ। ਇਹਦਾ ਆਰਟੀਕਲ ਕਿਹੜਾ ਹੁੰਦਾ ਜੀ? ਆਰਟੀਕਲ 110। ਇਹ ਵੀ ਇੰਪੋਰਟੈਂਟ ਹੈ। ਆਰਟੀਕਲ 110 ਹੈ ਜਿਹੜਾ ਉਹ ਮਨੀ ਬਿੱਲ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਸਿਰਫ ਲੋਕ ਸਭਾ ਦੇ ਵਿੱਚ ਹੀ ਇਹਨੂੰ ਇੰਟਰੋਡਿਊਸ ਕੀਤਾ ਜਾ ਸਕਦਾ, ਰਾਜ ਸਭਾ ਦੇ ਵਿੱਚ ਇੰਟਰੋਡਿਊਸ ਕਰਿਆ ਹੀ ਨਹੀਂ ਜਾ ਸਕਦਾ, ਠੀਕ ਹੈ। ਤਾਂ ਇਹਦਾ ਆਨਸਰ ਆਏਗਾ ਓਨਲੀ ਇਨ ਲੋਕ ਸਭਾ ਹੋਊਗਾ। ਆਰਕੀਟੈਕਟ ਆਫ ਨਿਊ ਦਿੱਲੀ, ਨਵੀਂ ਦਿੱਲੀ ਦਾ ਆਰਕੀਟੈਕਟ ਕੌਣ ਸੀਗਾ ਜੀ? ਜੋਰਜ 5, ਇਹ ਤਾਂ ਕਿੰਗ ਸੀ ਜੀ, ਰਾਜਾ। ਇਹ ਆਰਕੀਟੈਕਟ ਕਿਵੇਂ ਹੋ ਸਕਦਾ, ਠੀਕ ਹੈ। ਲੋਰਡ ਲਿਟਨ ਸਾਡਾ ਵਾਇਸਰਾਏ ਸੀਗਾ ਕਿਸੇ ਟਾਈਮ 'ਤੇ, ਇਹ ਵੀ ਰਾਣੀ ਆ ਗਈ, ਇਹ ਵੀ ਕਿਵੇਂ ਹੋ ਸਕਦਾ? ਤਾਂ ਇਹਦਾ ਆਨਸਰ ਆਏਗਾ ਜੀ ਐਡਵਿਨ ਲੁਟੀਅਨਸ ਤੇ ਹਰਬਰਟ ਬੇਕਰ। ਇਹਦਾ ਆਨਸਰ ਇਹ ਆਏਗਾ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ ਮੈਂ, ਇਹਨਾਂ ਨੇ ਪਾਰਲੀਮੈਂਟ ਦੀ ਬਿਲਡਿੰਗ ਵੀ ਡਿਜ਼ਾਈਨ ਕੀਤੀ ਸਾਡੀ, ਜਿਹੜੀ ਅੱਜ ਦੀ ਸਾਡੀ ਸੰਸਦ ਹੈ, ਪਾਰਲੀਮੈਂਟ ਹੈ, ਤਾਂ ਉਹ ਬਿਲਡਿੰਗ ਵੀ ਇਹਨਾਂ ਨੇ ਹੀ ਡਿਜ਼ਾਈਨ ਕੀਤੀ ਸੀ। ਹੋਰ ਵੀ ਜਿਹੜੀਆਂ ਸਾਰੀਆਂ ਬਿਲਡਿੰਗ ਨੇ ਸਾਡੀਆਂ, ਜਿਹੜਾ ਇੰਡੀਆ ਗੇਟ ਤੋਂ ਲੈ ਕੇ ਉਹ ਸਾਰਾ ਕੁਛ ਬਣਾ ਕੇ ਮਿਨਿਸਟਰੀਆਂ ਦੀ ਜਿਹੜੀ ਬਿਲਡਿੰਗਸ ਨੇ, ਤਾਂ ਸਾਰਾ ਕੁਛ ਇਹਨਾਂ ਦੋਨਾਂ ਨੇ ਹੀ ਡਿਜ਼ਾਈਨ ਕੀਤਾ ਸੀਗਾ, ਠੀਕ ਹੈ। ਜਦੋਂ ਤੁਹਾਨੂੰ ਪਤਾ ਹੋਏਗਾ ਹਿਸਟਰੀ ਦੇ ਵਿੱਚ 1911 ਦੇ ਵਿੱਚ ਸਾਡੀ ਦਿੱਲੀ ਕੈਪੀਟਲ ਅੰਗਰੇਜ਼ ਲੈ ਕੇ ਆ ਗਏ ਸੀ। ਪਹਿਲਾਂ ਕਲਕੱਤਾ ਕੈਪੀਟਲ ਸੀਗੀ, ਫਿਰ 1911 ਦੇ ਵਿੱਚ ਦਿੱਲੀ ਕੈਪੀਟਲ ਲੈ ਕੇ ਆ ਗਏ ਸੀ ਇਹ। ਹੁਣ ਜਦੋਂ ਦਿੱਲੀ ਨੂੰ ਰਾਜਧਾਨੀ ਬਣਾਉਣਾ ਸੀਗਾ ਤਾਂ ਇੱਕ ਨਵੇਂ ਸਿਰੇ ਤੋਂ ਉਹਨਾਂ ਨੇ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ, ਠੀਕ ਹੈ। ਤਾਂ ਅਗਲੇ ਸਾਲ ਹੀ 1912 ਦੇ ਵਿੱਚ ਹੀ ਇਹ ਦੋਨੋਂ ਜਿਹੜੇ ਆਰਕੀਟੈਕਟ ਸੀਗੇ ਇੰਗਲੈਂਡ ਤੋਂ, ਇਹਨਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਆ ਕੇ ਸਾਰਾ ਕੁਝ ਡਿਜ਼ਾਈਨ ਕਰੋ, ਠੀਕ ਹੈ। ਤਾਂ ਇਹਨਾਂ ਨੇ ਸਾਰਾ ਕੁਝ ਡਿਜ਼ਾਈਨ ਕੀਤਾ, ਪਾਰਲੀਮੈਂਟ ਬਿਲਡਿੰਗ, ਹੋਰ ਸਾਰਾ ਕੁਝ। ਤਾਂ ਆਨਸਰ ਆਏਗਾ ਜੀ ਆਪਣਾ ਐਡਵਿਨ ਲੁਟੀਅਨਸ ਤੇ ਹਰਬਰਟ ਬੇਕਰ। ਇਹ ਇੰਪੋਰਟੈਂਟ ਕੁਐਸਚਨ ਹੈ ਜੀ ਇਸ ਵਾਰੀ, ਕਿਉਂਕਿ ਹੁਣ ਅਸੀਂ ਸੈਂਟਰਲ ਵਿਸਟਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ, ਸੈਂਟਰਲ ਵਿਸਟਾ ਪ੍ਰੋਜੈਕਟ, ਠੀਕ ਹੈ। ਉਹਦੇ ਵਿੱਚ ਕੀ ਅਸੀਂ ਨਵੀਂ ਬਿਲਡਿੰਗ ਦੀ ਗੱਲ ਕਰ ਰਹੇ ਹਾਂ, ਵੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਾਂ, ਠੀਕ ਹੈ। ਤਾਂ ਹੁਣ ਜਦੋਂ ਨਵੀਂ ਬਿਲਡਿੰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਪੁਰਾਣੀ ਬਿਲਡਿੰਗ ਦੀ ਆਰਕੀਟੈਕਟ ਵੀ ਇੰਪੋਰਟੈਂਟ ਹੋ ਜਾਂਦੇ ਨੇ, ਠੀਕ ਹੈ ਨਾ। ਤੇ ਜੇ ਤੁਹਾਨੂੰ ਕੁਐਸਚਨ ਆਵੇ ਕਿ ਪਾਰਲੀਮੈਂਟ ਕਿਹਨੇ ਡਿਜ਼ਾਈਨ ਕੀਤੀ ਸੀ, ਬਿਲਡਿੰਗ ਕਿਹਨੇ ਡਿਜ਼ਾਈਨ ਕੀਤੀ ਸੀ, ਤਾਂ ਉਹਦਾ ਆਨਸਰ ਵੀ ਐਡਵਿਨ ਲੁਟੀਅਨਸ ਤੇ ਹਰਬਰਟ ਬੇਕਰ ਹੀ ਆਏਗਾ, ਠੀਕ ਹੈ। ਬ੍ਰਿਟਿਸ਼ ਕੰਕੁਐਸਟ ਆਫ ਬੰਗਾਲ, ਅੰਗਰੇਜ਼ਾਂ ਨੇ ਬੰਗਾਲ ਦਾ ਜਿਹੜਾ ਸ਼ਾਸਨ ਸੀਗਾ, ਬੰਗਾਲ ਦਾ ਕਬਜ਼ਾ ਸੀ, ਕਿਹੜੀ ਬੈਟਲ ਦੇ ਨਾਲ ਸਟਾਰਟ ਕੀਤਾ? ਬਿਗੇਨ ਵਿਦ ਵਿਚ ਬੈਟਲ? ਬੰਗਾਲ ਦੇ ਉੱਪਰ ਕਬਜ਼ਾ ਅੰਗਰੇਜ਼ਾਂ ਨੇ ਕਿਹੜੀ ਬੈਟਲ ਨਾਲ ਸਟਾਰਟ ਕੀਤਾ? ਬਕਸਰ, ਪਲਾਸੀ। ਦੇਖੋ ਇਹ ਤਾਂ ਸ਼ਿਰੰਗਾਪਟਨਮ ਤਾਂ ਹੈ ਹੀ ਨਹੀਂ, ਸਰਾਇਘਾਟ ਵੀ ਨਹੀਂ ਆਪਾਂ ਕਹਿ ਸਕਦੇ। ਤਾਂ ਤੁਹਾਨੂੰ ਅਗਰ ਟਾਈਮ ਲਾਈਨ ਪਤਾ ਹੈ ਤਾਂ ਪਲਾਸੀ ਕਦੋਂ ਹੋਈ ਸੀ? 1757 ਦੇ ਵਿੱਚ। ਬਕਸਰ ਕਦੋਂ ਹੋਈ ਸੀ? 1764 ਦੇ ਵਿੱਚ। ਇਹ ਦੋਨੇ ਹੀ ਬੰਗਾਲ ਦੇ ਵਿੱਚ ਸੀਗੀਆਂ, ਠੀਕ ਹੈ। ਬਟ ਇਹਨਾਂ ਨੇ ਕੀ ਪੁੱਛਿਆ ਵੀ ਸਟਾਰਟ ਕਦੋਂ ਹੋਇਆ ਸੀ? ਸਟਾਰਟ ਹੋਣ ਦਾ ਮਤਲਬ ਪਹਿਲਾਂ ਕੌਣ ਸੀਗਾ? ਤਾਂ ਪਹਿਲਾਂ ਓਬਵੀਅਸਲੀ 1757 ਵਾਲਾ। ਤਾਂ ਇਹਦਾ ਆਨਸਰ ਆਏਗਾ ਜੀ ਬੈਟਲ ਆਫ ਪਲਾਸੀ। ਬੈਟਲ ਆਫ ਪਲਾਸੀ ਤੋਂ ਅੰਗਰੇਜ਼ਾਂ ਨੇ ਬੰਗਾਲ ਦਾ ਜਿਹੜਾ ਕੰਕੁਐਸਟ ਸੀ, ਕਬਜ਼ਾ ਸੀ, ਉਹ ਸਟਾਰਟ ਕਰਤਾ ਸੀ ਕਰਨਾ। ਹੋਇਆ ਸੀ ਫਾਈਨਲੀ ਬਕਸਰ ਦੇ ਵਿੱਚ ਜਾ ਕੇ। ਬਕਸਰ ਦੇ ਵਿੱਚ ਸਾਨੂੰ ਦੀਵਾਨੀ ਰਾਈਟਸ ਮਿਲਦੀਆਂ ਹੁੰਦੀਆਂ ਨੇ, ਅਸੀਂ ਪੜ੍ਹਾਂਗੇ ਅੱਗੇ, ਠੀਕ ਹੈ। ਬਟ ਜਿਹੜਾ ਸਟਾਰਟ ਹੋਇਆ ਇਟ ਬਿਗੇਨ ਵਿਦ ਬੈਟਲ ਆਫ ਪਲਾਸੀ, ਠੀਕ ਹੈ। ਇੰਡਸਟਰੀਅਲ ਰੈਵੋਲੂਸ਼ਨ ਸਟਾਰਟਡ ਇਨ ਵਿਚ ਕੰਟਰੀ ਅਰਾਊਂਡ 1750? ਤਾਂ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਜੀ। ਵੀ ਇੰਡਸਟਰੀਅਲ ਰੈਵੋਲੂਸ਼ਨ, ਦੇਖੋ ਇੰਡਸਟਰੀ ਮਤਲਬ ਵੀ ਸਾਡਾ ਜਿਹੜਾ ਮਸ਼ੀਨੀ ਯੁੱਗ ਕਹਿ ਸਕਦੇ ਹਾਂ ਆਪਾਂ, ਮਸ਼ੀਨੀ ਯੁੱਗ ਹੈ ਜਿਹੜਾ, ਮਸ਼ੀਨੀ ਯੁੱਗ ਦੀ ਜਿਹੜੀ ਰੈਵੋਲੂਸ਼ਨ ਸੀ ਉਹ ਪਹਿਲਾਂ ਕਿਹੜੇ ਦੇਸ਼ ਦੇ ਵਿੱਚ ਆਈ? ਇਹ ਅਸਲ ਦੇ ਵਿੱਚ ਇਹ ਚੀਜ਼ ਪੁੱਛਣਾ ਜਾ ਰਿਹਾ। ਤਾਂ ਸਭ ਤੋਂ ਪਹਿਲਾਂ ਜਿਹੜੀ ਕ੍ਰਾਂਤੀ ਆਈ ਹੈ ਜੀ ਸਾਡੀ, ਇਹ ਮਸ਼ੀਨੀ ਕ੍ਰਾਂਤੀ ਆਈ ਹੈ, ਉਹ ਆਈ ਹੈ ਬ੍ਰਿਟੇਨ ਦੇ ਵਿੱਚ ਜਾਂ ਫਿਰ ਇੰਗਲੈਂਡ ਦੇ ਵਿੱਚ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਜਦੋਂ ਦੇਖੋ ਸਾਡੇ
ਅੰਗਰੇਜ਼ ਸਾਡੇ ਉੱਪਰ ਰਾਜ ਕਰ ਰਹੇ ਸੀ। ਅਸੀਂ ਪਿਛਲੇ ਕੁਐਸਚਨ ਦੇ ਵਿੱਚ ਪੜ੍ਹ ਕੇ ਆਏ ਹਾਂ ਕਿ 1752 ਦੇ ਵਿੱਚ ਉਹਨਾਂ ਨੇ ਸਾਡੇ ਉੱਪਰ ਰਾਜ ਕਰਨਾ ਸ਼ੁਰੂ ਕਰਤਾ ਸੀ, ਬੰਗਾਲ ਜਿੱਤਣਾ ਸ਼ੁਰੂ ਕਰਤਾ ਸੀਗਾ। ਤਾਂ ਉਸੇ ਟਾਈਮ ਦੇ ਵਿੱਚ ਲਗਭਗ ਇਹ ਆਪਣੀ ਜਿਹੜੀ ਮਸ਼ੀਨੀ ਕ੍ਰਾਂਤੀ ਕਰ ਰਹੇ ਸੀਗੇ, ਇੰਡਸਟਰੀਅਲ ਰੈਵੋਲੂਸ਼ਨ ਕਰ ਰਹੇ ਸੀ ਉਸ ਟਾਈਮ 'ਤੇ, ਠੀਕ ਹੈ। ਤਾਂ ਅਸੀਂ ਇੱਥੋਂ ਹੀ ਯਾਦ ਰੱਖਾਂਗੇ ਵੀ ਜਦੋਂ ਸਾਡੇ ਦੇਸ਼ ਦੇ ਵਿੱਚ ਆ ਰਹੇ ਸੀ ਉਸ ਟਾਈਮ 'ਤੇ ਖੁਦ ਇਹ ਆਪ ਡਿਵੈਲਪ ਕਰ ਰਹੇ ਸੀਗੇ, ਇੰਡਸਟਰੀਅਲ ਰੈਵੋਲੂਸ਼ਨ ਕਰ ਰਹੇ ਸੀ। ਤਾਂ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਬ੍ਰਿਟੇਨ ਦੇ ਵਿੱਚ ਹੀ ਆਈ ਹੈ ਇਹ ਧਿਆਨ ਰੱਖਣਾ ਹੈ। ਇਹ ਕੁਐਸਚਨ ਤੁਹਾਨੂੰ ਐਂ ਵੀ ਆ ਸਕਦਾ ਵੀ ਸਭ ਤੋਂ ਪਹਿਲਾਂ ਕਿੱਥੇ ਆਈ, ਤਾਂ ਉਹ ਬ੍ਰਿਟੇਨ ਦੇ ਵਿੱਚ ਆਊਗੀ, ਠੀਕ ਹੈ। ਕਦੋਂ ਆਈ ਸੀ ਉਹ? ਲਗਭਗ 1750 ਦੇ ਕਰੀਬ, ਠੀਕ ਹੈ। ਹਾਊ ਮੈਨੀ ਮੈਂਬਰਸ ਆਰ ਨੋਮੀਨੇਟਡ ਬਾਏ ਪ੍ਰੈਜ਼ੀਡੈਂਟ ਆਫ ਇਨ ਰਾਜ ਸਭਾ, ਪ੍ਰੈਜ਼ੀਡੈਂਟ ਇਨ ਰਾਜ ਸਭਾ। ਹਾਂ, ਤਾਂ ਬੜਾ ਈਜ਼ੀ ਕੁਐਸਚਨ ਹੈ ਜੀ, ਠੀਕ ਹੈ। 12 ਮੈਂਬਰ ਨੋਮੀਨੇਟ ਕਰਦਾ ਪ੍ਰੈਜ਼ੀਡੈਂਟ ਰਾਜ ਸਭਾ ਦੇ ਵਿੱਚ, ਠੀਕ ਹੈ। ਇਹ ਚੀਜ਼ ਇੰਪੋਰਟੈਂਟ ਹੈ। 12 ਮੈਂਬਰ ਰਾਜ ਸਭਾ ਦੇ ਵਿੱਚ ਨੋਮੀਨੇਟ ਹੁੰਦੇ ਨੇ। ਕੌਣ ਕਰਦਾ? ਪ੍ਰੈਜ਼ੀਡੈਂਟ। ਈਜ਼ੀ ਕੁਐਸਚਨ ਹੈ ਜੀ। ਅਹਿਮਦਾਬਾਦ ਇਜ਼ ਰੈਫਰਡ ਟੂ ਐਜ਼ ਡੈਸ਼ ਆਫ ਇੰਡੀਆ। ਅਹਿਮਦਾਬਾਦ ਨੂੰ ਕੀ ਕਿਹਾ ਜਾਂਦਾ ਹੈ ਇੰਡੀਆ ਦਾ? ਰੋਹਰ ਕਿਹਾ ਜਾਂਦਾ ਹੈ? ਨਹੀਂ, ਰੋਹਰ ਦੇ ਵਿੱਚ ਤੁਹਾਨੂੰ ਪਤਾ ਹੋਊਗਾ ਇਹ ਜਰਮਨੀ ਦੇ ਵਿੱਚ ਹੈ। ਜਰਮਨੀ ਦੇ ਵਿੱਚ ਇਹ ਰੀਜਨ ਆ ਜਾਂਦਾ, ਠੀਕ ਹੈ, ਜਿੱਥੇ ਕਿ ਮਾਈਨਸ ਵਗੈਰਾ ਹੈਗੀਆਂ ਨੇ, ਮਾਈਨਸ। ਤਾਂ ਅਹਿਮਦਾਬਾਦ ਦੇ ਵਿੱਚ ਕੋਈ ਮਾਈਨ ਵਗੈਰਾ ਤਾਂ ਹੈ ਨਹੀਂ, ਤਾਂ ਇਹ ਤਾਂ ਨਹੀਂ ਹੋ ਸਕਦਾ। ਮੈਨਚੈਸਟਰ ਅਸਲ ਵਿੱਚ ਕੀ ਹੈ, ਕੀ ਫੇਮਸ ਹੈ ਇਹਦਾ ਮੈਨਚੈਸਟਰ ਦਾ? ਇੰਗਲੈਂਡ ਦੇ ਵਿੱਚ ਹੈਗਾ ਇਹ। ਇੱਥੇ ਟੈਕਸਟਾਈਲਸ ਨੇਗੇ, ਟੈਕਸਟਾਈਲ ਇੰਡਸਟਰੀ ਹੈਗੀ, ਠੀਕ ਹੈ। ਕੱਪੜੇ ਦੀਆਂ ਮਿਲਾਂ ਨੇਗੀਆਂ, ਕੱਪੜੇ ਦੀਆਂ ਮਿਲਾਂ ਨੇ ਮੈਨਚੈਸਟਰ ਦੇ ਵਿੱਚ, ਠੀਕ ਹੈ। ਤਾਂ ਬਿਲਕੁਲ ਅਹਿਮਦਾਬਾਦ ਦੇ ਵਿੱਚ ਵੀ ਜਿਹੜੀ ਇਹ ਕੋਟਨ ਮਿਲਸ ਨੇ, ਕਿਉਂਕਿ ਤੁਹਾਨੂੰ ਪਤਾ ਹੈ ਗੁਜਰਾਤ ਦੇ ਵਿੱਚ ਕੋਟਨ ਬਹੁਤ ਹੁੰਦਾ ਹੈਗਾ, ਗੁਜਰਾਤ ਦੇ ਵਿੱਚ ਕੋਟਨ ਬਹੁਤ ਹੁੰਦਾ, ਇਸੇ ਕਰਕੇ ਅਹਿਮਦਾਬਾਦ ਦੇ ਵਿੱਚ ਕੋਟਨ ਮਿਲਸ ਬਹੁਤ ਨੇਗੀਆਂ। ਇਸੇ ਕਰਕੇ ਅਹਿਮਦਾਬਾਦ ਨੂੰ ਮਾਨਚੈਸਟਰ ਆਫ ਇੰਡੀਆ ਕਿਹਾ ਜਾਂਦਾ। ਮਾਨਚੈਸਟਰ ਆਫ ਇੰਡੀਆ, ਮਾਨਚੈਸਟਰ ਇੱਕ ਸ਼ਹਿਰ ਹੈ ਜੀ ਇੰਗਲੈਂਡ ਦੇ ਵਿੱਚ, ਠੀਕ ਹੈ। ਉੱਥੇ ਟੈਕਸਟਾਈਲਸ ਬਹੁਤ ਨੇਗੀਆਂ, ਇਸੇ ਕਰਕੇ ਸਾਡੇ ਅਹਿਮਦਾਬਾਦ ਨੂੰ ਵੀ ਮਾਨਚੈਸਟਰ ਆਫ ਇੰਡੀਆ ਕਿਹਾ ਜਾਂਦਾ, ਠੀਕ ਹੈ। ਈਵਨ ਕਿ ਸਾਡੇ ਲੁਧਿਆਣੇ ਨੂੰ ਵੀ ਕਿਹਾ ਜਾਂਦਾ ਕਈ ਵਾਰੀ, ਕਿਉਂਕਿ ਲੁਧਿਆਣੇ ਦੇ ਵਿੱਚ ਵੀ ਟੈਕਸਟਾਈਲ ਇੰਡਸਟਰੀ ਬਹੁਤ ਹੈ ਨਾ। ਤਾਂ ਲੁਧਿਆਣੇ ਨੂੰ ਕਈ ਵਾਰੀ ਪੰਜਾਬ ਦਾ ਵੀ ਕਹਿ ਦਿੱਤਾ ਜਾਂਦਾ ਹੈ, ਕਈ ਵਾਰੀ ਇੰਡੀਆ ਦਾ ਵੀ ਕਹਿ ਦਿੱਤਾ ਜਾਂਦਾ ਵੀ ਪੰਜਾਬ ਦਾ ਮਾਨਚੈਸਟਰ ਇਹ ਜਾਂ ਫਿਰ ਇੰਡੀਆ ਦਾ ਮਾਨਚੈਸਟਰ ਹੈ, ਦੋਨੇ ਕਹਿ ਦਿੱਤਾ ਜਾਂਦਾ ਲੁਧਿਆਣਾ ਨੂੰ, ਠੀਕ ਹੈ। ਤਾਂ ਇੱਥੇ ਆਪਣਾ ਆਨਸਰ ਆਏਗਾ ਜੀ ਅਹਿਮਦਾਬਾਦ ਇਜ਼ ਰੈਫਰ ਟੂ ਐਜ਼ ਮਾਨਚੈਸਟਰ ਆਫ ਇੰਡੀਆ, ਕਿਉਂਕਿ ਉੱਥੇ ਟੈਕਸਟਾਈਲ ਇੰਡਸਟਰੀ ਹੈਗੀ ਆ। ਬਰੀਡਿੰਗ ਆਫ ਫਿਸ਼ ਇਜ਼ ਸਪੈਸ਼ਲੀ ਕੰਸਟਰਕਟਡ ਟੈਂਕਸ ਐਂਡ ਪੌਂਡਸ, ਠੀਕ ਹੈ। ਹੁਣ ਤੁਸੀਂ ਇਹ ਨਹੀਂ ਪੜ੍ਹਨਾ, ਨਾ ਪੜ੍ਹੋ ਤਾਂ ਵੀ ਕੋਈ ਗੱਲ ਨਹੀਂ, ਬਸ ਬਰੀਡਿੰਗ ਆਫ ਫਿਸ਼ ਮਤਲਬ ਜਦੋਂ ਆਪਾਂ ਫਿਸ਼ ਪ੍ਰੋਡਕਸ਼ਨ ਕਰਦੇ ਹਾਂ ਤਾਂ ਉਹ ਕਲਚਰ ਨੂੰ ਕੀ ਕਹਿੰਦੇ ਆ? ਐਗਰੀਕਲਚਰ? ਨਹੀਂ, ਬਿਲਕੁਲ ਨਹੀਂ ਪਤਾ ਆਪਾਂ ਨੂੰ। ਸੈਰੀਕਲਚਰ ਕੀ ਹੁੰਦਾ ਰਾਜੇ? ਸਿਲਕ ਦੀ ਜਦੋਂ ਕਲਟੀਵੇਸ਼ਨ ਕਰਦੇ ਆਪਾਂ, ਸਿਲਕ ਵਰਮਸ ਰੱਖਦੇ ਹਾਂ, ਠੀਕ ਹੈ, ਤਾਂ ਉਹਨੂੰ ਸੈਰੀਕਲਚਰ ਕਹਿੰਦੇ ਨੇ। ਇਹਦਾ ਆਨਸਰ ਆਏਗਾ ਜੀ ਪੀਸੀਕਲਚਰ। ਜਦੋਂ ਫਿਸ਼ ਦੀ ਗੱਲ ਕਰਦੇ ਆਪਾਂ, ਫਿਸ਼ ਦਾ ਮਤਲਬ ਹੈ ਪੀਸੀਕਲਚਰ, ਕਿਉਂਕਿ ਪੀਸਿਸ ਇਸ ਵਰਡ ਦਾ ਹੀ ਮਤਲਬ ਫਿਸ਼ ਹੁੰਦਾ ਹੈਗਾ, ਠੀਕ ਹੈ। ਪੀਸਿਸ ਇਸ ਵਰਡ ਦਾ ਹੀ ਮਤਲਬ ਫਿਸ਼ ਹੁੰਦਾ, ਤਾਂ ਇੱਥੋਂ ਹੀ ਬਣਿਆ ਪੀਸੀਕਲਚਰ, ਵੀ ਜਦੋਂ ਫਿਸ਼ ਦੀ ਬਰੀਡਿੰਗ ਕਰਦੇ ਹਾਂ ਆਪਾਂ, ਫਿਸ਼ ਨੂੰ ਕਲਟੀਵੇਟ ਕਰਦੇ ਹਾਂ, ਉਹ ਸਾਡਾ ਪੀਸੀਕਲਚਰ ਹੈ। ਵਿਟੀਕਲਚਰ ਕੀ ਹੁੰਦਾ ਰਾਜੇ? ਗ੍ਰੇਪਸ। ਜਦੋਂ ਅਸੀਂ ਸ਼ਰਾਬ ਬਣਾਉਣ ਵਾਸਤੇ ਗ੍ਰੇਪਸ ਦੀ ਕਲਟੀਵੇਸ਼ਨ ਕਰਦੇ ਹਾਂ ਤਾਂ ਉਹ ਵਿਟੀਕਲਚਰ ਹੁੰਦਾ, ਠੀਕ ਹੈ। ਤਾਂ ਇਸ ਕੁਐਸਚਨ ਦਾ ਆਨਸਰ ਆਏਗਾ ਜੀ ਆਪਣਾ ਪੀਸੀਕਲਚਰ। ਫਿਸ਼ ਦੀ ਬਰੀਡਿੰਗ ਨੂੰ ਅਸੀਂ ਪੀਸੀਕਲਚਰ ਕਹਿ ਦਿੰਦੇ ਹਾਂ। ਨੇਮ ਆਫ ਦ ਫਰਸਟ ਕੰਟਰੀ ਇਨ ਦ ਵਰਲਡ ਟੂ ਡਿਵੈਲਪ ਹਾਈਡਰੋ ਇਲੈਕਟ੍ਰਿਸਿਟੀ। ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਹਾਈਡਰੋ ਇਲੈਕਟ੍ਰਿਸਿਟੀ ਮਤਲਬ ਜਿਹੜੀ ਪਾਣੀ ਨਾਲ ਊਰਜਾ ਹੈਗੀ, ਡੈਮ ਵਗੈਰਾ ਬਣਾ ਕੇ, ਠੀਕ ਹੈ। ਆਹ ਡੈਮ ਬਣਾ ਲਿਆ, ਜਿਵੇਂ ਪਾਣੀ ਸੀਗਾ ਉਰੇ, ਠੀਕ ਹੈ, ਇੱਥੇ ਆਪਣੇ ਟਰਬਾਈਨ ਲਗਾਤੀ, ਆਹ ਪਾਣੀ ਇੱਥੇ ਜਾਂਦਾ ਹੈ, ਉਰੋਂ ਟਰਬਾਈਨ ਘੁੰਮਦੀ ਹੈ, ਬਿਜਲੀ ਪੈਦਾ ਹੁੰਦੀ ਹੈ। ਤਾਂ ਇਹ ਜਿਹੜੀ ਬਿਜਲੀ ਦਾ ਉਤਪਾਦਨ ਸੀ ਪਾਣੀ ਨਾਲ, ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ ਕਿਹਨੇ ਕੀਤਾ? ਦੇਖੋ ਨਾਰਵੇ। ਚਲੋ ਦੇਖਦੇ ਹਾਂ। ਪਾਕਿਸਤਾਨ ਨਹੀਂ ਹੋ ਸਕਦਾ, ਕਿਉਂਕਿ ਪਾਕਿਸਤਾਨ ਤਾਂ ਬਣਿਆ ਹੀ ਦੇਖੋ ਬਹੁਤ ਬਾਅਦ ਦੇ ਵਿੱਚ ਹੈ ਨਾ, ਤਾਂ ਇਹ ਤਾਂ ਹੋ ਹੀ ਨਹੀਂ ਸਕਦਾ। ਇੰਡੀਆ ਦੇ ਵਿੱਚ ਵੀ ਦੇਖੋ ਇੰਨੀ ਡਿਵੈਲਪਮੈਂਟ ਹੈ ਨਹੀਂ ਸੀ ਵੀ ਅਸੀਂ ਕਹਿ ਸਕੀਏ ਪਹਿਲਾ ਦੇਸ਼ ਹੋਵੇ ਜਿਹਦੇ ਵਿੱਚ ਇਹ ਜਿਹੀ ਟੈਕਨੋਲੋਜੀ ਆ ਜਾਏ, ਠੀਕ ਹੈ ਨਾ, ਤਾਂ ਇਹ ਵੀ ਮੁਸ਼ਕਿਲ ਲੱਗਦਾ। ਸਵਿਟਜ਼ਰਲੈਂਡ ਅਤੇ ਨਾਰਵੇ ਦੇ ਵਿੱਚੋਂ ਆਪਾਂ ਦੇਖ ਸਕਦੇ ਹਾਂ, ਠੀਕ ਹੈ। ਜੇ ਤੁੱਕਾ ਵੀ ਮਾਰਨਾ ਹੋਵੇ ਤਾਂ ਇਹ ਤਾਂ ਆਪਣੇ ਪਹਿਲਾਂ ਹੀ ਐਲੀਮੀਨੇਟ ਹੋ ਗਏ ਦੋਨੇ ਦੇਸ਼। ਤਾਂ ਇਹਨਾਂ A ਅਤੇ D ਦੇ ਵਿੱਚੋਂ ਬਣਦਾ ਕੋਈ, ਤਾਂ ਇਹਦਾ ਆਨਸਰ ਆਏਗਾ ਜੀ A, ਨਾਰਵੇ। ਤੁਹਾਨੂੰ ਨਾਰਵੇ ਦੀ ਲੋਕੇਸ਼ਨ ਪਤਾ ਹੋਣੀ ਨਾ, ਯੂਰਪ ਦੇ ਵਿੱਚ। ਜੇ ਆਹ ਯੂਰਪ ਦਾ ਮੈਪ ਹੈਗਾ ਤਾਂ ਇੱਥੇ ਜੇ ਨਾਰਵੇ ਹੈ, ਨਾਰਵੇ, ਸਵੀਡਨ, ਫਿਨਲੈਂਡ, ਇਹ ਤਿੰਨੇ ਦੇਸ਼ ਇਕੱਠੇ ਹੁੰਦੇ ਨੇ, ਨਾਰਵੇ, ਸਵੀਡਨ, ਫਿਨਲੈਂਡ, ਠੀਕ ਹੈ। ਇਹਨਾਂ ਤਿੰਨਾਂ ਕੰਟਰੀ ਨੂੰ ਅਸੀਂ ਕੀ ਕਹਿੰਦੇ ਹਾਂ? ਸਕੈਂਡੀਨੇਵੀਅਨ ਕੰਟਰੀਜ਼। ਇਹ ਵੀ ਆ ਸਕਦਾ ਜੀ ਕੁਐਸਚਨ, ਸਕੈਂਡੀਨੇਵੀਅਨ ਕੰਟਰੀਜ਼ ਕਹਿ ਦਿੰਦੇ ਆਪਾਂ, ਸਕੈਂਡੀਨੇਵੀਅਨ ਕੰਟਰੀ ਕਹਿ ਦਿੰਦੇ ਇਹਨਾਂ ਤਿੰਨਾਂ ਨੂੰ, ਨਾਰਵੇ, ਸਵੀਡਨ ਅਤੇ ਫਿਨਲੈਂਡ, ਠੀਕ ਹੈ। ਇਹ ਵੀ ਨਹੀਂ ਆਉਂਦਾ ਜੀ, ਆਨਸਰ ਆਏਗਾ ਆਪਣਾ ਨਾਰਵੇ। ਨਾਰਵੇ ਦੇ ਵਿੱਚ ਦੁਨੀਆ ਵਿੱਚ ਸਭ ਤੋਂ ਪਹਿਲਾਂ ਜਿਹੜੀ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਗਈ ਸੀ, ਠੀਕ ਹੈ ਰਾਜੇ। ਇਹ ਸੀ ਸਾਡਾ ਪ੍ਰੈਕਟਿਸ ਪੇਪਰ 1 ਦੇ ਵੀਡੀਓ ਸੋਲੂਸ਼ਨ। ਮਿਲਦੇ ਹਾਂ ਨੈਕਸਟ ਪੇਪਰ ਦੇ ਵਿੱਚ। ਟੇਕ ਕੇਅਰ।